ਸਿਆਸਤ, ਵਪਾਰ, ਖੇਡਾਂ ਤੇ ਫਿਲਮ ਜਗਤ ਦੇ ਨਾਲ ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਦੇਸ਼ ਦੀ ਨੰਬਰ 1 ਨਿਊਜ਼ ਐਪ ਦੈਨਿਕ ਸਵੇਰਾ ਟਾਈਮਸ। ਨਮਸਕਾਰ, ਦੈਨਿਕ ਸਵੇਰਾ ਟੀਵੀ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ। ਮੈਂ ਹਾਂ ਪਮਿਲ ਪਾਟਿਆ। ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ 20 ਲੱਖ ਕਰੋੜ ਦੇ ਪੈਕੇਜ ਦਾ ਐਲਾਨ ਕਰਦਿਆਂ ਇਹ ਗੱਲ ਆਖੀ ਸੀਗੀ ਕਿ ਦੇਸ਼ ਵਿੱਚ ਜਲਦ ਹੀ ਐਗਰੀਕਲਚਰ ਰਿਫਾਰਮਸ ਯਾਨੀ ਖੇਤੀ ਸੁਧਾਰ ਕੀਤੇ ਜਾਣਗੇ, ਜਿਸ ਤੋਂ ਬਾਅਦ 5 ਜੂਨ ਨੂੰ ਕੇਂਦਰ ਸਰਕਾਰ ਨੇ ਆਰਡੀਨੈਂਸ ਜਾਰੀ ਕਰਕੇ ਇੱਕ ਦੇਸ਼ ਇੱਕ ਮੰਡੀ ਨੂੰ ਦੇ ਫੈਸਲੇ ਨੂੰ ਲਾਗੂ ਕਰ ਦਿੱਤਾ। ਹਾਲਾਂਕਿ ਆਰਡੀਨੈਂਸ ਜਾਰੀ ਕਰਨ ਤੋਂ ਪਹਿਲਾਂ ਦੇਸ਼ ਦੀ ਸੰਸਦ ਦੇ ਵਿੱਚ ਕੋਈ ਵਿਚਾਰ ਚਰਚਾ ਨਹੀਂ ਹੋਈ, ਪਰ ਹੁਣ ਕਿਸਾਨਾਂ ਨੂੰ ਇਹ ਗੱਲ ਆਖੀ ਜਾ ਰਹੀ ਹੈ ਕਿ ਦੇਸ਼ ਭਰ ਦੇ ਵਿੱਚ ਕਿਤੇ ਵੀ ਕਿਸਾਨ ਆਪਣੀ ਫਸਲ ਵੇਚ ਸਕਦੇ ਨੇ। ਦੇਸ਼ ਨੂੰ ਇੱਕ ਖੁੱਲੀ ਮੰਡੀ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਹੈਗਾ। ਕੀ ਵਾਕਿਆ ਹੀ ਇਸ ਫੈਸਲੇ ਦੇ ਨਾਲ ਕਿਸਾਨਾਂ ਨੂੰ ਫਾਇਦਾ ਹੋਏਗਾ? ਦੇਸ਼ ਵਿੱਚ ਕਿਸਾਨ ਜੇਕਰ ਕਿਤੇ ਵੀ ਜਾ ਕੇ ਫਸਲ ਵੇਚ ਸਕਦੇ ਨੇ, ਉਸ ਦੇ ਮਾਇਨੇ ਕੀ ਹੈਗੇ, ਉਸ ਦੇ ਮਤਲਬ ਕੀ ਹੈਗੇ ਔਰ ਕਿਸਾਨਾਂ ਦੇ ਲਈ ਇਹ ਕਿੰਨਾ ਲਾਹੇਵੰਦ ਰਹਿ ਸਕਦਾ ਹੈ? ਇਸ ਬਾਰੇ ਗੱਲਬਾਤ ਕਰਾਂਗੇ। ਸਾਡੇ ਨਾਲ ਬਹੁਤ ਹੀ ਖਾਸ ਮਹਿਮਾਨ ਮੌਜੂਦ ਹੈਗੇ ਨੇ। ਦਵਿੰਦਰ ਸ਼ਰਮਾ ਸਾਡੇ ਨਾਲ ਲਾਈਵ ਜੁੜ ਰਹੇ ਨੇ ਗੱਲਬਾਤ ਦੇ ਲਈ। ਦਵਿੰਦਰ ਸ਼ਰਮਾ ਖੁਰਾਕ ਅਤੇ ਖੇਤੀ ਨੀਤੀ ਵਿਸ਼ਲੇਸ਼ਕ ਨੇ, ਲੇਖਕ ਨੇ, ਖੋਜਕਾਰ ਨੇ ਤੇ ਕਾਲਮਨਵੀਸ ਨੇ। ਦਵਿੰਦਰ ਸ਼ਰਮਾ ਜੀ, ਬਹੁਤ-ਬਹੁਤ ਸਵਾਗਤ ਹੈ ਦੈਨਿਕ ਸਵੇਰਾ ਤੇ। ਇੱਕ ਦੇਸ਼ ਇੱਕ ਮੰਡੀ ਦੇ ਫਾਰਮੂਲੇ ਨੂੰ ਤੁਸੀਂ ਕਿਸ ਤਰ੍ਹਾਂ ਦੇਖਿਆ? ਵੈਲ, ਸਾਰੇ ਦੇਸ਼ ਵਿੱਚ ਇਸ ਗੱਲ ਦਾ ਸਵਾਗਤ ਹੋਏਗਾ ਕਿ ਬਈ ਵਨ ਕੰਟਰੀ ਵਨ ਮਾਰਕੀਟ ਜਿਹੜਾ ਕਹਿ ਰਹੀ ਹੈ ਸਰਕਾਰ, ਇਹ ਬਹੁਤ ਹੀ ਅੱਛਾ ਇੱਕ ਵਿਚਾਰ ਹੈਗਾ। ਲੇਕਿਨ ਇਹ ਕਹਿਣਾ ਕਿ ਬਈ ਕਿਸਾਨ ਕਿਤੇ ਵੀ ਆਪਣੀ ਫਸਲ ਨੂੰ ਵੇਚ ਸਕਦਾ ਹੈ, ਕਿਸੇ ਨੂੰ ਵੀ ਵੇਚ ਸਕਦਾ ਹੈਗਾ ਔਰ ਇਹਦੇ ਨਾਲ ਕਿਸਾਨ ਦੀ ਜਿਹੜੀ ਇਨਕਮ ਹੈ ਉਹ ਵਧੇਗੀ, ਇਹ ਤਾਂ ਇੱਕ ਠੀਕ ਹੈ ਕਿ ਜੋ ਸਭ ਨੂੰ ਸਮਝ ਆਉਂਦਾ, ਆਮ ਆਦਮੀ ਨੂੰ ਬੜਾ ਆਸਾਨੀ ਨਾਲ ਸਮਝ ਆਉਂਦਾ ਕਿ ਬਈ ਕਿਸਾਨਾਂ ਨੂੰ ਸ਼ਾਇਦ ਕਿਤੇ ਰਸਤੇ ਵਿੱਚ ਕੁਝ ਅੜਚਨ ਸੀਗੀ ਕਿ ਉਹ ਨਹੀਂ ਵੇਚ ਸਕਦੇ ਸੀਗੇ। ਪਰ ਕਿਆ ਵਨ ਮਾਰਕੀਟ ਵਨ ਕੰਟਰੀ ਜਾਂ ਵਨ ਕੰਟਰੀ ਵਨ ਮਾਰਕੀਟ ਦਾ ਜਿਹੜਾ ਅਨਾਉਂਸਮੈਂਟ ਹੈ, ਇਹ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਸਾਨੂੰ ਇੱਕ ਦੇਖਣਾ ਪਏਗਾ ਕਿ ਅਸੀਂ ਦੋ ਪ੍ਰਾਵਧਾਨ ਲੈ ਕੇ ਆ ਰਹੇ ਹਾਂ। ਬੇਸਿਕਲੀ ਅਸੀਂ ਕਹਿ ਰਹੇ ਹਾਂ ਕਿ ਇੱਕ ਤਾਂ ਐਗਰੀਕਲਚਰ ਪ੍ਰੋਡਿਊਸ ਮਾਰਕੀਟ ਕਮੇਟੀ APMC ਦੀ ਜਿਹੜੀ ਮੰਡੀਆਂ ਹੈਗੀਆਂ, ਔਰ ਜਿਹੜੇ ਪੰਜਾਬ ਦੇ ਕਿਸਾਨ ਬੜੇ ਅੱਛੀ ਤਰ੍ਹਾਂ ਜਾਣਦੇ ਹੈਗੇ ਕਿ ਬਈ ਪੰਜਾਬ ਵਿੱਚ ਤਕਰੀਬਨ 1840 ਦੇ ਆਸ-ਪਾਸ ਮੰਡੀਆਂ, ਪਰਚੇਸ ਸੈਂਟਰ, ਸਬ ਯਾਰਡਸ ਜੋ ਮਿਲਾ ਕੇ ਸਾਰੇ 1840 ਜਗ੍ਹਾ ਤੇ 1840 ਜਿਹੜੇ ਸੈਂਟਰ ਹੈਗੇ ਉੱਥੇ ਪ੍ਰੋਕਿਉਰਮੈਂਟ ਹੁੰਦੀ ਹੈ ਹਰ ਸਾਲ। ਇਸ ਵਾਰ ਤਾਂ ਖੈਰ ਜ਼ਿਆਦਾ ਹੋਈ ਹੈ, ਲੇਕਿਨ ਜ਼ਿਆਦਾ ਸੈਂਟਰ ਬਣਾਏ ਗਏ ਸੀਗੇ। ਲੇਕਿਨ ਤਕਰੀਬਨ ਐਵਰੇਜ ਜਿਹੜੇ ਹੈਗੇ 1840 ਸੈਂਟਰ ਹੈਗੇ ਪੰਜਾਬ ਵਿੱਚ। ਔਰ ਹਿੰਦੁਸਤਾਨ ਦਾ ਅਗਰ ਦੇਖੀਏ ਤਾਂ ਟੋਟਲ ਹਿੰਦੁਸਤਾਨ ਵਿੱਚ 7000 ਐਗਰੀਕਲਚਰ ਪ੍ਰੋਡਿਊਸ ਮਾਰਕੀਟ ਕਮੇਟੀਆਂ ਦੀ ਮੰਡੀਆਂ ਹੈਗੀਆਂ, ਤਕਰੀਬਨ 7000। ਔਰ ਜਦਕਿ ਸਾਨੂੰ ਸਾਰੇ ਦੇਸ਼ ਵਿੱਚ ਅਗਰ ਕਿਸਾਨ ਨੂੰ ਮੰਡੀ ਦੇਣੀ ਹੈਗੀ ਹੈ 5 ਕਿਲੋਮੀਟਰ ਰੇਡੀਅਸ ਵਿੱਚ, ਤਾਂ 42000 ਮੰਡੀਆਂ ਦੀ ਜ਼ਰੂਰਤ ਹੈਗੀ ਹੈ। ਔਰ ਜਿਹੜੀ ਇਹ 7000 ਮੰਡੀਆਂ ਦੀ ਗੱਲ ਕਰ ਰਹੇ ਹਾਂ, ਇਹ ਮੁੱਖਤः ਪੰਜਾਬ, ਹਰਿਆਣਾ, ਕੁਝ ਆਂਧਰਾ ਪ੍ਰਦੇਸ਼, ਮੱਧ ਪ੍ਰਦੇਸ਼, ਮਹਾਰਾਸ਼ਟਰ, ਕਰਨਾਟਕਾ, ਇਸ ਤਰ੍ਹਾਂ ਅਲੱਗ-ਅਲੱਗ ਸਟੇਟਸ ਵਿੱਚ ਹੈਗੀਆਂ। ਬਟ ਬਾਈ ਐਂਡ ਲਾਰਜ ਪੰਜਾਬ ਹਰਿਆਣਾ ਵਿੱਚ ਜਿਹੜਾ ਅਧਿਕ ਨੰਬਰ ਹੈਗਾ ਉਹ ਪੰਜਾਬ ਹਰਿਆਣਾ ਵਿੱਚ ਹੀ ਹੈਗਾ। ਕਹਿਣ ਦਾ ਮਤਲਬ ਇਹ ਹੈਗਾ ਕਿ ਅਸੀਂ ਦੋ ਪੈਟਰਨ ਲੈ ਕੇ ਆ ਰਹੇ ਹਾਂ, ਕਿਉਂਕਿ ਸਰਕਾਰ ਨੇ ਕਹਿਤਾ ਹੈ ਕਿ ਬਈ APMC ਮੰਡੀ ਦੇ ਅੰਦਰ ਜੋ ਵੀ ਟ੍ਰੇਡ ਕਰੇਗਾ ਉਹਨੂੰ ਟੈਕਸ ਦੇਣਾ ਪਏਗਾ, ਜੋ ਟੈਕਸ ਨਾਰਮਲੀ ਹਰੇਕ ਸਟੇਟ ਅਪਲਾਈ ਕਰਦੀ ਹੈ, ਤੁਹਾਨੂੰ ਪਤਾ ਹੀ ਹੈ ਸਾਰਾ। ਔਰ ਜਿਹੜਾ ਮੰਡੀ ਤੋਂ ਬਾਹਰ ਖਰੀਦ ਹੋਏਗੀ ਉਹਦੇ ਉੱਪਰ ਕੋਈ ਟੈਕਸ ਨਹੀਂ ਦੇਣਾ ਹੋ ਜਾਏਗਾ। ਤਾਂ ਮੇਰਾ ਮਤਲਬ ਤਾਂ ਇਹ ਹੋ ਗਿਆ ਕਿ ਵੀ ਮੈਨੂੰ ਜੋ ਸਮਝ ਆਉਂਦਾ ਉਹ ਹੋ ਗਿਆ ਕਿ ਐਕਚੁਅਲੀ ਅਸੀਂ ਵਨ ਕੰਟਰੀ ਟੂ ਮਾਰਕੀਟਸ ਲੈ ਕੇ ਆ ਰਹੇ ਹੈਗੇ ਆ। ਇਟ ਇਜ਼ ਨਾਟ ਵਨ ਕੰਟਰੀ ਵਨ ਮਾਰਕੀਟ। ਵਨ ਕੰਟਰੀ ਵਨ ਮਾਰਕੀਟ ਤਾਂ ਹੋਏ ਕਿ ਜਿਹੜਾ APMC ਦੇ ਮੰਡੀ ਦੇ ਅੰਦਰ ਵੀ ਔਰ APMC ਮੰਡੀ ਤੋਂ ਬਾਹਰ ਵੀ ਬਰਾਬਰ ਉਹਨਾਂ ਦਾ ਅਧਿਕਾਰ ਹੋਣ, ਯਾਨੀ ਉਧਰ ਵੀ ਟੈਕਸ ਨਾ ਹੋਏ ਦੋਨਾਂ ਵਿੱਚ, ਜਾਂ ਫਿਰ ਟੈਕਸ ਹੋਏ ਤਾਂ ਦੋਨਾਂ ਉੱਤੇ ਟੈਕਸ ਹੋਏਗਾ। ਜੇ ਤੁਸੀਂ ਇਸ ਤਰ੍ਹਾਂ ਕਰੋ ਕਿ ਵੀ ਤੁਸੀਂ ਬਾਹਰ ਵਾਲੇ ਨੂੰ ਬੋਲੋ, ਜਿਹੜਾ ਬਾਹਰ ਕੇ ਖਰੀਦਦਾ ਹੈਗਾ ਕਿਸਾਨਾਂ ਕੋਲੋਂ, ਕਿ ਵੀ ਤੁਹਾਨੂੰ ਟੈਕਸ ਨਹੀਂ ਦੇਣਾ ਪਏਗਾ, ਔਰ ਅੰਦਰ ਮੰਡੀ ਤੇ ਚਲੇ ਗਏ ਤਾਂ ਤੁਹਾਨੂੰ ਟੈਕਸ ਦੇਣਾ ਪਏਗਾ, ਤਾਂ ਮੈਨੂੰ ਦੱਸੋ ਤੁਸੀਂ ਉਹ ਜਿਹੜਾ ਖਰੀਦਦਾਰ ਹੈ ਉਹ ਕਿਉਂ ਜਾਏਗਾ APMC ਮੰਡੀ ਵਿੱਚ? ਆਸਤੇ ਮੰਡੀ ਦਾ ਜਿਹੜਾ ਉਪਯੋਗ ਹੈ ਖਤਮ ਹੁੰਦਾ ਜਾਏਗਾ। ਔਰ ਮੈਨੂੰ ਲੱਗਦਾ ਕਿਤੇ ਇਹ ਨਜ਼ਰ ਆਉਂਦਾ ਪਿਆ, ਇਹੀ ਜਥੇਬੰਦੀਆਂ ਪੰਜਾਬ ਦੀਆਂ ਕਿਸਾਨਾਂ ਦੀਆਂ ਇਹੀ ਆਬਜੈਕਟ ਕਰ ਰਹੀਆਂ ਕਿ ਆਸਤੇ APMC ਮੰਡੀਆਂ ਖਤਮ ਕਰਤੀਆਂ ਜਾਣਗੀਆਂ ਜਾਂ ਪ੍ਰਾਈਵੇਟਾਈਜ਼ ਹੋ ਜਾਣਗੀਆਂ, ਔਰ MSP ਦਾ ਜਿਹੜਾ ਪ੍ਰਾਵਧਾਨ ਹੈ ਉਹ ਹਟ ਜਾਏਗਾ ਆਉਣ ਵਾਲੇ ਦਿਨਾਂ ਵਿੱਚ। ਇਹ ਉਹਨਾਂ ਦਾ ਡਰ ਹੈਗਾ। ਤਾਂ ਮੇਰਾ ਮੰਨਣਾ ਹੈ ਕਿ ਵੀ ਤੁਸੀਂ ਵਨ ਕੰਟਰੀ ਵਨ ਮਾਰਕੀਟ ਦਾ ਜਿਹੜਾ ਨਿਯਮ ਲੈ ਕੇ ਆਏ ਹਾਂ, ਜਾਂ ਤਾਂ ਉਹਨੂੰ ਇਸ ਤਰ੍ਹਾਂ ਲੈਵਲ ਪਲੇਇੰਗ ਫੀਲਡ ਬਣਾਇਆ ਜਾਏ, ਔਰ ਜਾਂ ਫਿਰ ਇਹ ਕਿਹਾ ਜਾਏ ਕਿ ਵੀ ਹੈਵ ਵਨ ਕੰਟਰੀ ਟੂ ਮਾਰਕੀਟਸ। ਇੱਕ ਗੱਲ ਤਾਂ ਇਹ ਬੜੀ ਸਪਸ਼ਟ ਹੈ। ਦੂਸਰੀ ਗੱਲ ਇਹ ਹੈ ਕਿ ਇਹ ਜਿੱਥੋਂ ਅਸੀਂ ਬੋਰੋ ਕੀਤਾ ਹੈ ਪਾਮਿਲ ਜੀ, ਇਹ ਅਸੀਂ ਸਿਸਟਮ ਬੋਰੋ ਕੀਤਾ ਹੈਗਾ ਅਮਰੀਕਾ ਤੋਂ ਔਰ ਯੂਰਪ ਤੋਂ ਜੀ। ਅਮਰੀਕਾ ਵਿੱਚ ਮੈਂ ਦੱਸਣਾ ਚਾਹੁੰਦਾ ਕਿ ਅਮਰੀਕਾ ਵਿੱਚ ਕੋਈ APMC ਨਹੀਂ ਹੈ, ਅਮਰੀਕਾ ਵਿੱਚ ਕੋਈ MSP ਨਹੀਂ ਹੈ। ਅਮਰੀਕਾ ਵਿੱਚ ਤਕਰੀਬਨ 6-7 ਦਸ਼ਕਾਂ ਤੋਂ ਇਹ ਮਾਰਕੀਟਸ ਆਪਰੇਟ ਕਰਦੀਆਂ ਹੈਗੀਆਂ,
ਅਮਰੀਕਾ ਵਿੱਚ ਬੜੇ ਬਿਗ ਰਿਟੇਲਰਸ ਵੀ ਹੈਗੇ ਆ, ਜਿਸ ਤਰ੍ਹਾਂ ਹੁਣ ਐਸੈਂਸ਼ੀਅਲ ਕਮੋਡਿਟੀ ਐਕਟ ਵਿੱਚ ਉਹਨਾਂ ਨੇ ਪ੍ਰਾਵਧਾਨ ਦਿੱਤਾ ਹੈ ਨਾ ਕਿ ਕੋਈ ਸਟਾਕ ਲਿਮਿਟ ਨਹੀਂ ਹੋਏਗੀ। ਉੱਥੇ ਬੜੇ ਜਿਹੜੇ ਰਿਟੇਲਰ ਹੈਗੇ, ਜਿਸ ਤਰ੍ਹਾਂ ਵਾਲਮਾਰਟ ਹੈ, ਸੇਂਸਬਰੀ ਹੈ, ਟੈਸਕੋ ਸੇਂਸਬਰੀ ਹਾਲਾਂਕਿ ਯੂਰਪ ਦੇ ਹੈਗੇ ਲੇਕਿਨ ਆਪਰੇਟ ਸਾਰੇ ਗਲੋਬਲੀ ਕਰਦੇ ਹੈ, ਤਾਂ ਉਹ ਵੀ ਸਭ ਹੈਗੇ ਹੈ। ਔਰ ਕੰਟਰੈਕਟ ਫਾਰਮਿੰਗ ਵੀ ਉੱਥੇ ਹੁੰਦੀ ਹੈ। ਉਹਦੇ ਇਲਾਵਾ ਫਿਊਚਰ ਟ੍ਰੇਡਿੰਗ ਵੀ ਹੁੰਦੀ ਹੈ, ਬਲਕਿ ਦੁਨੀਆ ਦੀ ਸਭ ਤੋਂ ਬੜੀ ਜਿਹੜੀ ਕਮੋਡਿਟੀ ਟ੍ਰੇਡਿੰਗ ਦੀ ਜਗ੍ਹਾ ਹੈਗੀ ਹੈ ਜਾਂ ਪਲੇਸ ਹੈ, ਉਹ ਬੇਸਿਕਲੀ ਸ਼ਿਕਾਗੋ 'ਚ ਹੈਗੀ ਹੈ। ਕਹਿਣ ਦਾ ਮਤਲਬ ਹੈ ਕਿ ਸਾਰਾ ਸਿਸਟਮ 6-7 ਦਸ਼ਕਾਂ ਤੋਂ ਅਮਰੀਕਾ ਵਿੱਚ ਚੱਲ ਰਿਹਾ ਸੀਗਾ, ਲੇਕਿਨ ਅਮਰੀਕਾ ਵਿੱਚ ਵੀ ਅੱਜ ਕਿਸਾਨ ਜਾਂ ਖੇਤੀ ਬਹੁਤ ਬੜੇ ਸੰਕਟ ਤੋਂ ਗੁਜ਼ਰ ਰਹੀ ਹੈਗੀ। ਜੇ ਇਹੀ ਮਾਰਕੀਟਸ ਅੱਛੀਆਂ ਉੱਥੇ ਆਪਰੇਟ ਕਰ ਰਹੀਆਂ ਹੁੰਦੀਆਂ ਅਮਰੀਕਾ ਔਰ ਯੂਰਪ ਵਿੱਚ, ਤੁਸੀਂ ਮੈਨੂੰ ਦੱਸੋ ਕਿ ਅੱਜ ਅਮਰੀਕਾ ਨੂੰ ਔਰ ਯੂਰਪ ਨੂੰ ਇੰਨੀ ਮੈਸਿਵ ਐਗਰੀਕਲਚਰ ਸਬਸਿਡੀ ਦੇਣ ਦੀ ਕੀ ਜ਼ਰੂਰਤ ਹੈਗੀ ਹੈ। ਅਮਰੀਕਾ ਵਿੱਚ ਹੀ ਦੇਖ ਲਈਏ ਅਸੀਂ ਤਾਂ ਇਹ ਰਿਕਾਰਡਡ ਹੈ, ਸਰਕਾਰ ਨੇ ਖੁਦ ਮੰਨਿਆ ਹੈਗਾ ਕਿ ਇਸ ਸਮੇਂ ਕਿਸਾਨਾਂ ਦਾ ਜਿਹੜਾ ਬੈਂਕਰਪਟੀ ਦਾ ਟੋਟਲ ਅਮਾਊਂਟ ਹੈ, ਜਿਹੜਾ ਡੈਟ ਹੈਗਾ ਉਹ ਜਾਂ ਨੁਕਸਾਨ ਜਿਹੜਾ ਹੈਗਾ ਉਹ ਮਿਲਾ ਕੇ ਬੈਂਕਰਪਸੀ ਜਿਹਨੂੰ ਕਹਿੰਦੇ ਆ, $425 ਬਿਲੀਅਨ ਹੈ ਜੀ। 425 ਬਿਲੀਅਨ ਡਾਲਰ ਇਹ ਉਸ ਦੇਸ਼ ਦੇ ਕਿਸਾਨਾਂ ਦਾ ਹੈਗਾ ਜਿੱਥੇ ਮਾਰਕੀਟਸ ਇੰਨੇ ਦਸ਼ਕਾਂ ਤੋਂ ਆਪਰੇਟ ਕਰਦੀ ਆਈ ਹੈਗੀ ਹੈ। ਦੂਸਰੀ ਗੱਲ ਸਾਨੂੰ ਇਹ ਸਮਝਣੀ ਹੈ ਕਿ ਅਮਰੀਕਨ ਇਕਨੋਮਿਕ ਫਾਰਮ ਬਿਊਰੋ ਜਿਹੜਾ ਕਿ ਉਹਨਾਂ ਦੇ ਸਾਰੇ ਫੈਡਰੇਸ਼ਨਸ ਨੂੰ ਐਡਰੈਸ ਕਰਦਾ ਹੈ, ਉਹਨਾਂ ਦਾ ਕਹਿਣਾ ਹੈਗਾ ਕਿ ਬਈ 91% ਅਮਰੀਕਨ ਫਾਰਮਰਸ ਆਰ ਇਨ ਡਿਸਟ੍ਰੈਸ, ਔਰ ਉਹ ਜਿਹੜੇ ਕਿਸਾਨ ਹੈਗੇ ਆ ਉਹ ਸਾਰੇ ਬੈਂਕਰਪਟ ਹੈਗੇ। 91% ਫਾਰਮਰਸ ਅਮਰੀਕਾ ਦੇ ਜਿਹੜੇ ਹੈਗੇ ਉਹ ਬੈਂਕਰਪਟ ਹੋਏ ਪਏ ਆ। ਤੀਸਰੀ ਗੱਲ ਇਹ ਹੈਗਾ ਕਿ ਜਿਹੜਾ ਉਹਨਾਂ ਦਾ ਸੁਸਾਈਡਸ ਦਾ ਜਿਹੜਾ ਪੈਟਰਨ ਹੈਗਾ, ਪਿੰਡਾਂ ਵਿੱਚ ਉੱਥੇ ਵੀ ਬੜੀ ਆਤਮ ਹੱਤਿਆ ਹੋ ਰਹੀ ਹੈਗੀ, ਔਰ ਉਹ ਰੂਰਲ ਏਰੀਆਜ਼ ਵਿੱਚ ਜਿਹੜੀ ਸੁਸਾਈਡ ਹੈਗੀ ਆ ਉਹ 45% ਜ਼ਿਆਦਾ ਹੈ ਸ਼ਹਿਰਾਂ ਤੋਂ। ਤੁਹਾਨੂੰ ਇਹ ਸਮਝ ਆ ਜਾਂਦਾ ਹੈ ਸਭ ਕੁਝ ਜਦ ਮੈਂ ਪੇਸ਼ ਕੀਤਾ ਹੈਗਾ ਕਿ ਐਗਰੀਕਲਚਰ ਅਮਰੀਕਾ ਦਾ ਵੀ ਬੜੇ ਸੀਰੀਅਸ ਕ੍ਰਾਈਸਿਸ ਵਿੱਚੋਂ ਗੁਜ਼ਰ ਰਿਹਾ ਹੈਗਾ, ਔਰ ਇਹ ਉਸ ਟਾਈਮ ਗੁਜ਼ਰ ਰਿਹਾ ਹੈਗਾ ਕਿ ਜਦ ਇੰਨੇ ਦਸ਼ਕਾਂ ਤੋਂ ਮਾਰਕੀਟਸ ਉੱਥੇ ਫ੍ਰੀ ਮਾਰਕੀਟ ਆਪਰੇਟ ਕਰਦੀ ਹੈਗੀ। ਤੁਸੀਂ ਕਿਤੇ ਵੇਚ ਸਕਦੇ ਹੋ, ਕੋਈ ਵੀ ਕਿਸਾਨ ਇਹ ਨਹੀਂ ਕਿ ਸਿਰਫ ਉੱਥੇ ਅਮਰੀਕਾ ਦੇ ਵਿੱਚ ਹੀ ਵੇਚ ਸਕਦਾ, ਉਹ ਚਾਈਨਾ ਨੂੰ ਵੀ ਵੇਚ ਸਕਦਾ, ਹਿੰਦੁਸਤਾਨ 'ਚ ਵੀ ਵੇਚ ਸਕਦਾ, ਇਹ ਵੀ ਉਹਨਾਂ ਦਾ ਅਲਾਉਡ। ਉਹ ਕਹਿੰਦੇ ਕਿ ਪ੍ਰੋਡਿਊਸ ਲੋਕਲੀ ਸੈਲ ਗਲੋਬਲੀ, ਇਹ ਅਮਰੀਕਾ ਦਾ ਸਲੋਗਨ ਹੈਗਾ। ਉਹਦੇ ਬਾਵਜੂਦ ਵੀ ਇਹ ਹਾਲ ਹੈਗਾ ਕਿ ਅਮਰੀਕਾ ਦੀ, ਤੁਹਾਨੂੰ ਯਾਦ ਹੈ WTO ਦੇ ਵਿੱਚ ਜਦ ਅਸੀਂ ਗੱਲ ਕਰਦੇ ਸੀਗੇ, ਹਰ WTO ਮਿਨਿਸਟਰੀਅਲ ਮੀਟਿੰਗ ਜਿਹੜੀ 2 ਸਾਲ ਬਾਅਦ ਹੁੰਦੀ ਹੈ, ਉਹਦੇ ਵਿੱਚ ਇੱਕੋ ਇਸ਼ੂ ਹੌਟ ਹੁੰਦਾ ਹੈਗਾ ਕਿ ਬਈ ਅਮਰੀਕਾ ਔਰ ਯੂਰਪ ਦੀ ਐਗਰੀਕਲਚਰ ਸਬਸਿਡੀਜ਼ ਨੂੰ ਖਤਮ ਕੀਤਾ ਜਾਏ, ਔਰ ਉਹ ਕੋਈ ਦੇਸ਼ ਜਿਹੜਾ ਹੈਗਾ ਉਹ ਸਬਸਿਡੀਜ਼ ਐਗਰੀਕਲਚਰ ਨੂੰ ਨਹੀਂ ਦੇਣਾ ਚਾਹੁੰਦਾ। ਸਾਰੇ ਦੇ ਸਾਰੇ ਕਾਰਪੋਰੇਟ ਨੂੰ ਸਬਸਿਡੀ ਦੇਣਾ ਚਾਹੁੰਦੇ ਹੈਗੇ ਆ, ਐਂਡ ਇੰਡੀਆ ਇਜ਼ ਨੋ ਐਕਸੈਪਸ਼ਨ। ਤਾਂ ਉੱਥੇ ਵੀ ਅਗਰ ਅਮਰੀਕਾ 'ਚ ਅੱਜ ਅਗਰ ਜਿਹੜੇ ਰਿਚੈਸਟ ਟ੍ਰੇਡਿੰਗ ਬਲੌਕ ਹੈਗਾ, ਜਿਹਨੂੰ ਅਸੀਂ OECD ਕਹਿੰਦੇ ਹੈਗੇ ਆ, OECD ਨੇ 2018 ਵਿੱਚ $246 ਬਿਲੀਅਨ ਦੀ ਸਬਸਿਡੀ ਦਿੱਤੀ ਹੈ ਐਗਰੀਕਲਚਰ ਵਿੱਚ, ਕਿਉਂਕਿ ਉਹ ਅਗਰ ਐਗਰੀਕਲਚਰ ਨੂੰ ਨਾ ਸਬਸਿਡੀ ਦਈਏ ਤਾਂ ਉਹ ਐਗਰੀਕਲਚਰ ਉੱਥੇ ਕਲੈਪਸ ਕਰ ਜਾਂਦਾ ਹੈ। ਇਹ ਮਤਲਬ ਸਾਨੂੰ ਸਮਝਣਾ ਹੈਗਾ ਕਿ ਅਗਰ ਅਮਰੀਕਾ ਔਰ ਯੂਰਪ ਜਿੱਥੋਂ ਅਸੀਂ ਇਹ ਲੈ ਕੇ ਆਏ ਹਾਂ ਬਲਾਈਂਡਲੀ, ਅਸੀਂ ਬੋਰੋ ਕੀਤਾ ਹੈਗਾ ਇਹ ਪੈਟਰਨ ਜਿਹੜਾ ਅਸੀਂ ਹਿੰਦੁਸਤਾਨ 'ਚ ਬੜੇ ਫਖਰ ਨਾਲ ਕਹਿ ਰਹੇ ਹਾਂ ਕਿ ਇਹਦੇ ਨਾਲ ਕਿਸਾਨਾਂ ਦੀ ਆਜ਼ਾਦੀ ਹੋਏਗੀ ਜਾਂ ਜੋ ਵੀ ਅਸੀਂ ਸੁਣ ਰਹੇ ਹੈਗੇ ਹਾਂ, ਇਹ ਕਿਆ ਕਾਰਨ ਹੈ ਕਿ ਅਮਰੀਕਾ 'ਚ ਨਹੀਂ ਸਕਸੈਸਫੁਲ ਹੋਇਆ, ਹਿੰਦੁਸਤਾਨ ਵਿੱਚ ਕਿਸ ਤਰ੍ਹਾਂ ਸਕਸੈਸਫੁਲ ਹੋ ਜਾਏਗਾ। ਦੂਸਰੀ ਗੱਲ ਇਹ ਹੈ ਕਿ ਪਾਮਿਲ ਜੀ ਕਿਹਾ ਜਾਂਦਾ ਅਕਸਰ ਕਿ ਵੀ ਅਮਰੀਕਾ ਦਾ ਤਾਂ ਬੜੀ ਲੈਂਡ ਹੋਲਡਿੰਗ ਹੈ, ਹਿੰਦੁਸਤਾਨ ਦੀ ਛੋਟੀ ਲੈਂਡ ਹੋਲਡਿੰਗਸ ਹੈਗੀਆਂ, ਇਸ ਕਰਕੇ ਹਿੰਦੁਸਤਾਨ ਵਾਸਤੇ ਇਹੀ ਇੱਕ ਰਸਤਾ ਹੈਗਾ। ਮੈਂ ਦੱਸਣਾ ਚਾਹੁੰਦਾ ਕਿ ਭਾਈ ਹਿੰਦੁਸਤਾਨ 'ਚ ਜਿਹੜੀ ਐਵਰੇਜ ਲੈਂਡ ਹੋਲਡਿੰਗ ਸਾਈਜ਼ ਹੈ ਜਾਂ ਜ਼ਮੀਨ ਦਾ ਜਿਹੜਾ ਰਕਬਾ ਹੈ, ਖੇਤ ਦਾ ਰਕਬਾ ਹੈਗਾ, ਉਹ ਤਕਰੀਬਨ 3 ਏਕੜ ਦੇ ਆਸ-ਪਾਸ ਹੈਗਾ ਐਵਰੇਜ ਜੀ, ਲੇਕਿਨ ਅਮਰੀਕਾ ਵਿੱਚ 444 ਏਕੜ ਐਵਰੇਜ ਉਹਨਾਂ ਦਾ ਰਕਬਾ ਹੈਗਾ। ਜੇ 444 ਏਕੜ ਵਿੱਚ 7-8 ਦਸ਼ਕਾਂ 'ਚ ਉਹ ਕੰਮ ਨਹੀਂ ਕੀਤਾ ਜਿਹੜਾ ਅਸੀਂ ਮਾਰਕੀਟ ਲੈ ਕੇ ਆ ਰਹੇ ਹੈਗੇ ਆ, ਤਾਂ ਫ੍ਰੀ ਮਾਰਕੀਟ ਲੈ ਕੇ ਆ ਰਹੇ, ਤਾਂ ਮੈਨੂੰ ਦੱਸੋ ਕਿ ਹਿੰਦੁਸਤਾਨ ਦੇ 3 ਏਕੜ ਵਾਸਤੇ ਕਿਸਾਨ ਵਾਸਤੇ ਉਹ ਕਿਸ ਤਰ੍ਹਾਂ ਕੰਮ ਕਰੇਗਾ, ਇਹ ਸਾਨੂੰ ਸਮਝਾਉਣ ਦੀ ਜ਼ਰੂਰਤ ਹੈਗੀ ਹੈ। ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਸਾਨੂੰ ਸਰਕਾਰ ਨੂੰ ਚਾਹੀਦਾ ਕਿ ਇਸ ਆਰਡੀਨੈਂਸ 'ਚ ਦੁਬਾਰਾ ਸੋਚ ਕੀਤੀ ਜਾਏ, ਜਿਹੜੇ ਕਿਸਾਨਾਂ ਦੇ ਜਿਹੜੇ ਵਿਚਾਰ ਆ ਰਹੇ ਹੈਗੇ, ਕਿਸਾਨਾਂ ਦੇ ਜਿਹੜੇ ਆਪਣੇ ਸਵਾਲ ਹੈਗੇ ਆ, ਉਹਨੂੰ ਐਡਰੈਸ ਕੀਤਾ ਜਾਏ। ਕੋਈ ਜਲਦਬਾਜ਼ੀ ਨਹੀਂ ਹੈ ਕਰਨ ਵਾਸਤੇ, ਅਗਰ ਆਰਡੀਨੈਂਸ ਚਲਾ ਵੀ ਗਿਆ ਕੋਈ ਗੱਲ ਨਹੀਂ, ਦੁਬਾਰਾ ਸੋਚ ਲਓ, ਦੁਬਾਰਾ ਇੱਕ ਬੈਠ ਕੇ ਉਹਨੂੰ ਇੱਕ ਵਾਰੀ ਅੱਛਾ ਇਸ ਤਰ੍ਹਾਂ ਪਲਾਨ ਕਰੋ ਕਿ ਭਾਈ ਕਿਸਾਨ ਨੂੰ ਆਉਣ ਵਾਲੇ ਟਾਈਮ ਵਿੱਚ ਨੁਕਸਾਨ ਨਾ ਹੋਏ। ਜਿੱਥੋਂ ਇਹ ਮਾਡਲ ਬੋਰੋ ਕੀਤਾ ਗਿਆ, ਜਿਸ ਚੀਜ਼ ਦਾ ਤੁਸੀਂ ਜ਼ਿਕਰ ਕਰ ਰਹੇ ਹੋ, ਅਮਰੀਕਾ ਯੂਰਪ ਤੋਂ ਇਹ ਮਾਡਲ ਲਿਆਂਦਾ ਗਿਆ, ਦੇਸ਼ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਪਹਿਲਾਂ ਹੀ ਉਹ ਸਮੱਸਿਆ ਸੀਗੀ ਕਿਸਾਨਾਂ ਦੇ ਬੈਂਕਰਪਸੀ ਦੀ, ਕਿਸਾਨਾਂ ਦੀ ਸੁਸਾਈਡ ਦੀ, ਇਹ ਚੀਜ਼ਾਂ ਫਿਰ ਉਹਦੇ ਨਾਲ ਆਉਣਗੀਆਂ ਹਨਾ। ਇਹ ਇਸ ਤੋਂ ਵੀ ਅਲੱਗ ਨਹੀਂ ਕੀਤਾ ਜਾ ਸਕਦਾ। ਇਹ ਮਾਡਲ ਉਹ ਗਿਣਤੀ ਨੂੰ ਹੋਰ ਵਧਾ ਸਕਦਾ ਪੰਜਾਬ ਦੇ ਵਿੱਚ।
ਦੇਖੋ ਮੈਂ ਅਮਰੀਕਾ 'ਚ ਜਿਹੜਾ ਐਗਰੀਕਲਚਰ ਹੈ ਉਹਨੂੰ US ਡਿਪਾਰਟਮੈਂਟ ਆਫ ਐਗਰੀਕਲਚਰ ਉੱਥੇ ਉਹਦੇ ਨਾਲ ਜੁੜਿਆ ਹੋਇਆ ਹੈ। ਅਸੀਂ ਸਮਝਦੇ ਹਾਂ ਜਿਸ ਤਰ੍ਹਾਂ ਸਾਡੇ ਪੰਜਾਬ ਜਾਂ ਇੰਡੀਆ ਵਿੱਚ ਮਿਨਿਸਟਰੀ ਆਫ ਐਗਰੀਕਲਚਰ ਜੁੜੀ ਹੋਈ ਜੀ ਜੀ ਸੈਂਟਰਲ ਲੈਵਲ ਤੇ ਉਸੇ US ਡਿਪਾਰਟਮੈਂਟ ਆਫ ਐਗਰੀਕਲਚਰ ਹੈ। ਉਹਨਾਂ ਦਾ ਜਿਹੜਾ ਚੀਫ ਇਕਨੋਮਿਸਟ ਹੈਗੇ ਹੈ, ਪਿਛਲੇ ਸਾਲ ਉਹਨਾਂ ਦੀ ਸਟੇਟਮੈਂਟ ਜਿਹੜੀ ਸੀ ਮੈਂ ਤੁਹਾਨੂੰ ਕੋਟ ਕਰਦਾ ਜੀ। ਉਹਨਾਂ ਨੇ ਕਿਹਾ ਸੀਗਾ ਕਿ ਪਿਛਲੇ ਅਗਰ ਅਮਰੀਕਾ ਵਿੱਚ ਦੇਖੀਏ ਤਾਂ 1960 ਦੇ ਦਸ਼ਕ ਤੋਂ ਅੱਜ ਤੱਕ ਲੈ ਕੇ ਔਰ ਅਗਰ ਅਸੀਂ ਇਨਫਲੇਸ਼ਨ ਨੂੰ ਐਡਜਸਟ ਕਰ ਲਈਏ ਤਾਂ ਇਹਦਾ ਮਤਲਬ ਹੈ ਕਿ 1960 ਤੋਂ ਲੈ ਕੇ ਅੱਜ ਤੱਕ ਜਿਹੜੀ ਉਥੇ ਕਿਸਾਨਾਂ ਦੀ ਜਿਹੜੀ ਇਨਕਮ ਹੈਗੀ ਹੈ ਇਟ ਇਜ਼ ਔਨ ਏ ਸਟੀਪ ਡਿਕਲਾਈਨ। ਉਹ ਆਪਣੇ ਆਪ ਮੰਨਦੇ ਆ ਕਿ ਇਨਕਮ ਇੰਨੇ ਦਸ਼ਕਾਂ ਵਿੱਚ ਇਜ਼ ਔਨ ਏ ਸਟੀਪ ਡਿਕਲਾਈਨ। ਔਰ ਉਹਨਾਂ ਦੇ ਕਿਸਾਨ ਕਿਉਂ ਅੱਜ ਐਗਰੀਕਲਚਰ 'ਚ ਜਿੰਨੇ ਵੀ ਜੁੜੇ ਹੈਗੇ ਆ, ਹਾਲਾਂਕਿ ਬਹੁਤ ਪੋਪੂਲੇਸ਼ਨ ਦਾ ਘੱਟ ਹਿੱਸਾ ਰਹਿ ਗਿਆ ਹੈ, ਉਹ ਇਸ ਕਰਕੇ ਜੁੜੇ ਹੋਏ ਹੈਗੇ ਆ ਕਿ ਉਹਨਾਂ ਨੂੰ ਐਗਰੀਕਲਚਰ ਸਬਸਿਡੀ ਸਟੇਟ ਤੋਂ ਮਿਲਦੀ ਹੈਗੀ ਹੈ। ਅੱਜ ਵੀ ਅਗਰ ਐਵਰੇਜ ਅਸੀਂ ਦੇਖ ਲਈਏ ਤਾਂ ਉੱਥੇ ਤੇ ਐਵਰੇਜ ਕਿਸਾਨ ਨੂੰ ਜਿਹੜੀ ਇਨਕਮ ਬਾਈ ਵੇ ਆਫ ਇਨਕਮ ਟ੍ਰਾਂਸਫਰ ਆਉਂਦੀ ਹੈਗੀ ਹੈ ਗਵਰਨਮੈਂਟ ਤੋਂ, ਉਹ ਤਕਰੀਬਨ $60,000 ਹਰ ਸਾਲ ਕਿਸਾਨ ਨੂੰ ਮਿਲਦੇ ਹੈਗੇ ਐਵਰੇਜ। ਔਰ ਮੈਂ ਐਵਰੇਜ ਦੀ ਗੱਲ ਕਰ ਰਿਹਾ ਹੈਗਾ, ਲੇਕਿਨ ਅਸੀਂ ਇਹ ਵੀ ਜਾਣਦੇ ਹਾਂ ਕਿ WTO ਦੇ ਅੰਦਰ ਐਗਰੀਕਲਚਰ ਤੇ ਮੈਸਿਵ ਸਬਸਿਡੀਜ਼ ਅਮਰੀਕਾ ਵਿੱਚ ਦਿੱਤੀ ਜਾਂਦੀ ਹੈ। ਯੂਰਪ ਦੀ ਗੱਲ ਕਰ ਲਈਏ, ਯੂਰਪ ਵਿੱਚ ਤਕਰੀਬਨ ਜਿਹੜਾ ਮੈਂ ਕਿਹਾ ਸੀ $246 ਬਿਲੀਅਨ ਦੀ ਜਦ ਮੈਂ OECD ਦੀ ਸਬਸਿਡੀ ਦੀ ਗੱਲ ਕੀਤੀ ਸੀਗੀ, ਉਹਦੇ ਵਿੱਚੋਂ $110 ਬਿਲੀਅਨ ਯੂਰਪ ਦੇ 28 ਮੁਲਕਾਂ 'ਚ ਦਿੱਤਾ ਜਾਂਦਾ ਹੈ ਐਗਰੀਕਲਚਰ ਵਾਸਤੇ, ਜਿਹਦੇ ਵਿੱਚੋਂ 50% ਡਾਇਰੈਕਟ ਇਨਕਮ ਸਪੋਰਟ ਹੈ, ਸਿੱਧਾ ਕਿਸਾਨਾਂ ਦੇ ਖਾਤੇ ਵਿੱਚ ਜਾਂਦਾ ਹੈ। ਜੇ ਤੁਸੀਂ ਇਹ ਸਬਸਿਡੀ ਵਿਡਰਾ ਕਰ ਲਓ ਤਾਂ ਅਮਰੀਕਨ ਐਗਰੀਕਲਚਰ, ਯੂਰਪੀਅਨ ਐਗਰੀਕਲਚਰ ਸਭ ਦਾ ਜਿਹੜਾ ਹੈਗਾ ਇੱਕ ਬਹੁਤ ਬੜਾ ਸੰਕਟ ਉਹਨਾਂ ਦੇ ਸਾਹਮਣੇ ਆ ਜਾਂਦਾ ਹੈ। ਮੈਂ ਇਸ ਕਰਕੇ ਤੁਹਾਨੂੰ ਦੱਸ ਰਿਹਾ ਕਿ 2007 ਵਿੱਚ ਇੱਕ ਰਿਪੋਰਟ ਆਈ ਸੀਗੀ, ਅਨਟੈਡ ਇੱਕ ਯੂਨਾਈਟਿਡ ਨੇਸ਼ਨਸ ਦੀ ਬਾਡੀ ਹੈਗੀ ਹੈ, ਉਹਨਾਂ ਦਾ ਜਿਹੜਾ ਇੰਡੀਆ ਬ੍ਰਾਂਚ ਹੈਗਾ ਅਨਟੈਡ ਇੰਡੀਆ, ਉਹਨਾਂ ਨੇ 2007 ਵਿੱਚ ਇੱਕ ਰਿਪੋਰਟ ਕੀਤੀ ਸੀਗੀ, ਸਟੱਡੀ ਕੀਤੀ ਸੀਗੀ। ਉਹ ਇਹ ਕਹਿੰਦੀ ਹੈ ਕਿ ਅਗਰ ਅਸੀਂ ਗ੍ਰੀਨ ਬਾਕਸ ਸਬਸਿਡੀਜ਼ ਜਿਹੜੀ WTO ਵਿੱਚ ਅਸੀਂ ਗਿਣਦੇ ਹੈਗੇ ਨਾ, ਜਿਹੜੀ ਸਬਸਿਡੀਜ਼ ਉਹ ਕਹਿੰਦੇ ਟ੍ਰੇਡ ਡਿਸਟੋਰਟਿੰਗ ਨਹੀਂ ਹੁੰਦੀ ਹੈ, ਜਦ ਅਸੀਂ WTO ਨੈਗੋਸ਼ੀਏਸ਼ਨ ਵਿੱਚ ਜਾਂਦੇ ਹੈਗੇ ਆ ਤਾਂ ਉਹ ਮਤਲਬ ਹੈ ਕਿ ਉਹਨੂੰ ਅਸੀਂ ਗ੍ਰੀਨ ਬਾਕਸ ਕਹਿੰਦੇ ਹੈਗੇ ਆ। ਉਹ ਗ੍ਰੀਨ ਬਾਕਸ ਸਬਸਿਡੀਜ਼ ਜਿਹੜੀ ਹੈਗੀ ਹੈ ਅਗਰ ਵਿਡਰਾ ਕਰ ਲਈ ਜਾਏ ਤਾਂ ਅਮਰੀਕਾ, ਕੈਨੇਡਾ ਔਰ ਯੂਰਪ ਦਾ ਜਿਹੜਾ ਐਗਰੀਕਲਚਰ ਐਕਸਪੋਰਟ ਹੈ ਉਹ 40% ਗਿਰ ਜਾਂਦਾ ਹੈ। 40% ਦਾ ਉਹ 'ਚ ਫਾਲ ਹੁੰਦਾ ਹੈ। ਮਤਲਬ ਕਹਿੰਦਾ ਹੈ ਕਿ ਕਿਸਾਨ ਵੀ ਉੱਥੇ ਮਰ ਰਿਹਾ ਹੈ, ਐਗਰੀਕਲਚਰ ਐਕਸਪੋਰਟ ਵੀ ਸਬਸਿਡੀ ਤੇ ਟਿਕਿਆ ਹੋਇਆ। ਇਹ ਕਹਿਣਾ ਕਿ ਵੀ ਸਾਡੀ ਬੜੀ ਕੰਪਨੀਆਂ ਲੈ ਕੇ ਐਕਸਪੋਰਟ ਕਰਨ ਗਿਆ ਤਾਂ ਅਮਰੀਕਾ ਦੀ ਤੋਂ ਬੜੀ ਕੰਪਨੀ ਸਾਡੇ ਹਿੰਦੁਸਤਾਨ 'ਚ ਨਹੀਂ ਹੈਗੀਆਂ ਨਾ। ਜੇ ਉਹ ਵੀ ਨਹੀਂ ਕਰ ਪਾਈਆਂ, ਉਹ ਵੀ ਅਗਰ ਸਬਸਿਡੀ ਤੇ ਮਤਲਬ ਜੀਵਿਤ ਹੈਗੀਆਂ ਤੇ ਇਹਦਾ ਮਤਲਬ ਸਾਫ਼ ਹੈ ਕਿ ਕਿਤੇ ਨਾ ਕਿਤੇ ਜਿਹੜਾ ਮਾਰਕੀਟ ਦਾ ਇਕਨੋਮੀ ਦਾ ਜਿਹੜਾ ਮਾਡਲ ਹੈਗਾ ਇਹ ਸਾਰੀ ਦੁਨੀਆ ਵਿੱਚ ਜਾਂ ਮੈਂ ਜਿਹੜੇ ਰਿਚ ਕੰਟਰੀ ਜਿੱਥੋਂ ਅਸੀਂ ਬੋਰੋ ਕਰਦੇ ਹਾਂ ਉੱਥੇ ਫੇਲ ਹੋ ਚੁੱਕਾ ਹੈ। ਮੈਨੂੰ ਨਹੀਂ ਸਮਝ ਆਉਂਦਾ ਕਿ ਜਿਹੜਾ ਫੇਲਡ ਮਾਡਲ ਹੈਗਾ ਅਸੀਂ ਉਹਨੂੰ ਬੋਰੋ ਕਰਕੇ ਆਪਣੀ ਐਗਰੀਕਲਚਰ ਨੂੰ ਅਸੀਂ ਕਿਸ ਤਰ੍ਹਾਂ ਸੁਧਾਰ ਲਵਾਂਗੇ, ਕਿਉਂ ਨਾ ਅਸੀਂ ਐਜ਼ ਏ ਕੰਟਰੀ, ਸਾਡੇ ਕੋਲ ਕੋਈ ਐਕਸਪਰਟਿਜ਼ ਦੀ ਕਮੀ ਨਹੀਂ ਹੈ, ਅਸੀਂ ਕਿਉਂ ਨਹੀਂ ਆਪਣਾ ਦਿਮਾਗ ਲਗਾਈਏ, ਇਕੱਠੇ ਬੈਠੀਏ, ਸੋਚੀਏ, ਕਿਸਾਨਾਂ ਦਾ ਵੀ ਹੱਕ ਦੇਖੀਏ, ਸਭ ਦਾ ਹੱਕ ਦੇਖੀਏ, ਫਿਰ ਦੇਖੀਏ ਕਿ ਵੀ ਸਾਡੇ ਦੇਸ਼ ਵਾਸਤੇ ਕੀ ਜਿਹੜਾ ਸਿਸਟਮ ਹੈ ਉਹ ਇਵੋਲਵ ਕਰਨਾ ਚਾਹੀਦਾ, ਡਿਵੈਲਪ ਕਰਨਾ ਚਾਹੀਦਾ। ਇਹ ਸਾਡੇ ਵਾਸਤੇ ਹਿਸਟੋਰਿਕ ਮੌਕਾ ਹੈ ਔਰ ਮੈਨੂੰ ਲੱਗਦਾ ਹੈ ਕਿ ਇਹ ਤੇ ਧਿਆਨ ਦੇਣਾ ਜ਼ਰੂਰਤ ਹੈ, ਧਿਆਨ ਦੇਣਾ ਚਾਹੀਦਾ। ਦਵਿੰਦਰ ਸ਼ਰਮਾ ਜੀ, ਜਿਸ ਤਰ੍ਹਾਂ ਦੇ ਨਾਲ ਤੁਸੀਂ ਦੱਸਿਆ ਕਿ ਮੰਡੀਆਂ ਦੀ ਭੂਮਿਕਾ ਕੀ ਰਹਿਣ ਵਾਲੀ ਹੈ, ਉਹ ਖਤਮ ਹੋਏਗੀ ਇਸ ਦੇ ਵਿੱਚ। ਦੂਸਰੀ ਚੀਜ਼, ਬਹੁਤ ਸੌਖੇ ਸ਼ਬਦਾਂ ਦੇ ਵਿੱਚ ਜੇਕਰ ਅਸੀਂ ਵੱਟ ਤੇ ਬੈਠੇ ਬੰਦੇ ਨੂੰ ਵੀ ਸਮਝਾਉਣਾ ਹੋਵੇ ਤੇ ਇਸ ਜਿਹੜਾ ਹੁਣ ਖਰੀਦ ਦਾ ਪ੍ਰੋਸੈਸ ਹੋਏਗਾ, ਜੇ ਕੋਈ ਫਸਲ ਵੇਚਣ ਜਾਂਦਾ ਉਹਦਾ ਪ੍ਰੋਸੈਸ ਤੁਸੀਂ ਕੀ ਸਮਝਦੇ ਹੋ ਕਿਸ ਤਰ੍ਹਾਂ ਦੇ ਨਾਲ ਹੋਏਗਾ, ਔਰ ਆੜ੍ਹਤੀਆਂ ਦੀ ਭੂਮਿਕਾ, ਕਿਉਂਕਿ ਖੇਤ ਮਜ਼ਦੂਰਾਂ ਦੀ ਜਾਂ ਕਿਸਾਨਾਂ ਦੀ ਸਭ ਤੋਂ ਨਜ਼ਦੀਕੀ ਸਾਂਝ, ਵਿੱਤੀ ਸਾਂਝ ਜਿਹੜੀ ਆੜ੍ਹਤੀਆਂ ਨਾਲ ਹੁੰਦੀ, ਉਹਨਾਂ ਦੋਨਾਂ ਦੀ ਭੂਮਿਕਾ ਕੀ ਰਹਿ ਸਕਦੀ ਹੈ ਇਸ ਨਵੇਂ ਮਾਡਲ ਦੇ ਤਹਿਤ? ਇਹ ਅਗਰ ਆਪਾਂ ਜੋ ਤੁਹਾਡਾ ਸਵਾਲ ਹੈ ਅਗਰ ਥੋੜਾ ਰੁਕ ਜਾਈਏ, ਪਹਿਲੇ ਅਸੀਂ ਅਗਰ ਇਹ ਦੇਖ ਲਈਏ ਕਿ ਇਹ ਜਿਹੜੀ ਐਕਸਾਈਟਮੈਂਟ ਹੁਣ ਹਿੰਦੁਸਤਾਨ ਵਿੱਚ ਆ ਰਹੀ ਹੈ ਕਿ ਜੀ ਇਹ ਤਾਂ ਬਹੁਤ ਹੀ ਕਮਾਲ ਹੋ ਗਿਆ ਕਿਸਾਨਾਂ ਵਾਸਤੇ, ਹਾਂਜੀ ਬੱਲੇ ਬੱਲੇ ਹੋ ਜਾਏਗੀ, ਇਹ ਨਾ ਮੈਨੂੰ ਯਾਦ ਹੈ ਸਰ ਕਿ ਇਹ 2006 ਵਿੱਚ ਵੀ ਇਹ ਜੀ ਹੀ ਐਕਸਾਈਟਮੈਂਟ ਸਾਰੇ ਦੇਸ਼ ਵਿੱਚ ਸੀ। ਔਰ ਉਸ ਟਾਈਮ ਇਹ ਕਿਹਾ ਜਾ ਰਿਹਾ ਸੀਗਾ ਕਿ ਬਿਹਾਰ, ਆਪਾਂ ਹਲੇ ਵੀ ਜਾਣਦੇ ਹਾਂ ਕਿ ਬਿਮਾਰੂ ਸਟੇਟਸ ਦਾ ਸਭ ਤੋਂ ਲੀਡਰ ਜਿਹੜਾ ਹੈਗਾ ਉਹ ਬਿਹਾਰ ਹੈ। ਬਿਹਾਰ ਵਿੱਚ 2006 ਵਿੱਚ APMC ਐਕਟ ਨੂੰ ਹੀ ਹਟਾ ਕੇ ਉਹਨਾਂ ਨੇ ਸੁੱਟਤਾ ਸੀਗਾ ਔਰ ਉਸ ਸਮੇਂ ਇਹ ਕਿਹਾ ਗਿਆ ਸੀਗਾ, ਹੁਣ ਤਾਂ ਫਿਰ ਵੀ ਜਿਹੜਾ ਹੁਣ ਜਿਹੜੇ 3 ਪ੍ਰੋਵੀਜ਼ਨ ਕੱਲ ਪਰਸੋਂ ਸਰਕਾਰ ਨੇ ਕੀਤੇ ਹੈ ਜਾਂ 3-4 ਦਿਨ ਪਹਿਲੇ ਕੀਤੇ ਹੈਗੇ ਆ, ਉਹਦੇ ਵਿੱਚ ਉਹਨਾਂ ਨੇ ਕਿਹਾ ਕਿ APMC ਰਹੇਗੀ ਔਰ MSP ਵੀ ਰਹੇਗਾ। ਇਹ ਬੜੀ ਅੱਛੀ ਗੱਲ ਹੈਗੀ ਹੈ, ਲੇਕਿਨ ਮੈਂ ਤੁਹਾਨੂੰ ਦੱਸ ਰਿਹਾ ਕਿ ਬਿਹਾਰ ਦੀ ਸਿਚੁਏਸ਼ਨ 2006 ਚ ਉਹਨਾਂ ਨੇ APMC ਐਕਟ ਉਠਾ ਕੇ ਸੁੱਟਤਾ ਔਰ ਨਾਲ ਇਹ ਆਰਗੂਮੈਂਟ ਸੀਗੀ ਕਿ ਬਿਹਾਰ ਇਜ਼ ਦੀ ਫਿਊਚਰ ਫੂਡ ਬਾਉਲ ਆਫ ਦੀ ਕੰਟਰੀ, ਸਾਡੇ ਦੇਸ਼ ਦਾ ਕਟੋਰਾ ਜਿਹੜਾ ਹੈਗਾ ਖਾਦੇ ਕਟੋਰਾ ਉਹ ਹੁਣ ਬਿਹਾਰ ਬਣੇਗਾ। ਕਿਉਂ? ਬਿਹਾਰ ਜਿਹੜਾ ਹੈਗਾ ਉਹਦੇ ਵਿੱਚ ਪ੍ਰਾਈਵੇਟ ਇਨਵੈਸਟਮੈਂਟ ਆਏਗੀ,
ਪ੍ਰਾਈਵੇਟ ਮੰਡੀਆਂ ਆਣਗੀਆਂ, ਫਿਰ ਪ੍ਰਾਈਸ ਡਿਸਕਵਰੀ ਹੋਏਗੀ। ਇਹ ਇੱਕ ਟਰਮ ਕੱਢੀ ਹੋਈ ਹੈ ਇਕਨੋਮਿਸਟ ਨੇ, ਪ੍ਰਾਈਸ ਡਿਸਕਵਰੀ ਮਤਲਬ ਕਿਸਾਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਭਾਅ ਮਿਲੇਗਾ। ਇਹ 2006 ਵਿੱਚ ਐਕਸਾਈਟਮੈਂਟ ਸੀ, ਲੇਕਿਨ ਤੁਸੀਂ ਦੇਖੋ ਅੱਜ 14 ਸਾਲ ਹੋ ਗਏ, ਅੱਜ ਅਸੀਂ 2020 ਹੈਗੇ ਹਾਂ। ਸ਼ਾਇਦ ਹੀ ਕੋਈ ਸਾਲ ਹੁੰਦਾ ਹੈ ਜੇ ਅਖਬਾਰਾਂ 'ਚ ਪੰਜਾਬ 'ਚ ਖਬਰਾਂ ਨਹੀਂ ਆਉਂਦੀਆਂ ਕਿ ਬਿਹਾਰ ਤੋਂ ਟ੍ਰੇਡਰਸ ਜਿਹੜੇ ਹੈਗੇ ਆ ਉਹ ਆਪਣਾ ਕਣਕ ਔਰ ਝੋਨਾ ਲੈ ਕੇ ਪੰਜਾਬ ਔਰ ਹਰਿਆਣਾ ਵਿੱਚ ਮੰਡੀਆਂ ਆ ਕੇ ਵੇਚਦੇ ਹੈਗੇ ਆ। ਤੁਸੀਂ ਦੇਖ ਲਓ 14 ਸਾਲ ਵਿੱਚ ਬਿਹਾਰ ਦੀ ਇਹ ਹਾਲਤ ਹੈ, ਕੁਝ ਨਹੀਂ ਹੋਇਆ ਉੱਥੇ ਜੋ ਕਲੇਮ ਕਰਦੇ ਸੀਗੇ। ਅੱਜ ਉੱਥੇ ਅਗਰ ਪੰਜਾਬ ਵਿੱਚ 1925 ਰੁਪਏ ਮਿਲਦਾ ਹੈ ਕਣਕ ਦਾ ਭਾਅ, ਤਾਂ ਉੱਥੇ ਅੱਜ 1500 1600 ਤੇ ਜ਼ਿਆਦਾ ਕਿਸਾਨ ਨੂੰ ਮਿਲਦਾ ਹੈ। ਔਰ ਕਿਸਾਨ ਉੱਥੇ ਵੀ ਬੜਾ ਮਿਹਨਤੀ ਹੈਗਾ, ਐਸੀ ਗੱਲ ਨਹੀਂ ਹੈ। ਔਰ ਕਣਕ ਹੋਏ ਝੋਨਾ ਹੋਏ, ਹੁਣ ਤੁਸੀਂ ਮੱਕੀ ਦੇਖ ਲਓ, ਸਭ ਤੋਂ ਬੜਾ ਦੇਸ਼ ਦਾ ਰੀਜਨ ਜਿਹੜਾ ਮੱਕੀ ਦਾ ਹੈਗਾ ਪਾਕਟ, ਜਿਹਨੂੰ ਮੈਂ ਕਹਾਂਗਾ ਜਿਹਨੂੰ ਕਹਿੰਦੇ ਨਾ ਸੀ ਇੱਕ ਤਰ੍ਹਾਂ ਦਾ ਮੇਨ ਜਿਹੜਾ ਬਾਸਕਟ ਹੈ ਉਹ ਬਿਹਾਰ ਹੈ। ਦਰਭੰਗਾ ਰੀਜਨ ਬਿਹਾਰ ਦਾ ਮੱਕੀ ਗਰੋ ਕਰਦਾ ਹੈ। ਮੱਕੀ ਦੀ ਜਿਹੜੀ ਪਿਛਲੇ ਹੁਣ ਜਿਹੜਾ ਸੀਜ਼ਨ ਗਿਆ, ਇਸ ਵਾਰੀ ਤਾਂ ਹੁਣ ਨਵਾਂ MSP ਅਨਾਉਂਸ ਹੋਇਆ ਨਾ, ਜਿਹੜਾ ਪਿਛਲੇ ਸਾਲ ਦਾ MSP ਸੀਗਾ 1760 ਰੁਪਏ, ਔਰ ਉੱਥੇ ਕਿਸਾਨਾਂ ਨੂੰ 900 1000 1100 ਮਿਲ ਜਾਏ ਤਾਂ ਬੜੀ ਗਨੀਮਤ ਹੈ। ਕਹਿਣ ਦਾ ਮਤਲਬ ਹੈ ਕਿ ਇਹ ਹਾਲ ਹੈ ਉੱਥੇ ਕਿਸਾਨ। ਇਹੀ ਇੱਕ ਕਾਰਨ ਹੈਗਾ ਪਾਮਿਲ ਜੀ ਕਿ ਬਿਹਾਰ ਤੋਂ ਲੇਬਰ ਬਾਹਰ ਆਉਂਦੀ ਹੈ। ਤੁਸੀਂ ਹੁਣ ਵੀ ਦੇਖਿਆ, ਹੁਣ ਸਾਰੇ ਦੇਸ਼ ਰਿਵਰਸ ਮਾਈਗ੍ਰੇਸ਼ਨ ਹੋਈ ਹੈ, ਤਾਂ ਅਧਿਕਤਰ ਜਿਹੜੀ ਗੱਡੀਆਂ ਗਈਆਂ, ਲੋਕੀ ਪੈਦਲ ਗਏ ਹੈ ਜਾਂ ਸਾਈਕਲਾਂ ਤੇ ਚੜ੍ਹ ਕੇ ਗਏ ਹੈਗੇ ਹੈ, ਉਹ ਅਧਿਕਤਰ ਬਿਹਾਰ ਗਏ ਹੈ। ਕਿਉਂ? ਕਿਉਂਕਿ ਬਿਹਾਰ ਨੇ ਉਹ ਜਿਹੜੇ 14 ਸਾਲ ਵਿੱਚ ਆਪਣਾ ਨੁਕਸਾਨ ਕੀਤਾ, ਯਾਨੀ ਅਗਰ ਮਾਰਕੀਟ ਤੇ ਨਹੀਂ ਡਿਪੈਂਡੈਂਟ ਹੋਇਆ ਹੁੰਦਾ, ਉਹਨੇ ਵੀ ਪੰਜਾਬ ਦਾ ਮਾਡਲ ਫੋਲੋ ਕੀਤਾ ਹੁੰਦਾ, ਉਹਨੇ 1840 ਮੰਡੀਆਂ ਤਾਂ ਚਲੋ ਨਹੀਂ, ਤੁਸੀਂ 250-300 ਮੰਡੀਆਂ ਹੀ ਖੜੀ ਕਰਤੀਆਂ ਹੁੰਦੀਆਂ ਨਾ, ਔਰ ਇੱਕ ਸੜਕਾਂ ਦਾ ਜਾਲ ਵਿਛਾਇਆ ਹੁੰਦਾ ਜਿਸ ਤਰ੍ਹਾਂ ਕਿ ਪੰਜਾਬ ਵਿੱਚ ਹੈਗਾ। ਅੱਜ ਬਿਹਾਰ ਦੀ ਜਿਹੜੀ ਸ਼ਕਲ ਹੈ ਉਹ ਕੁਝ ਹੋਰ ਹੀ ਹੋਣੀ ਸੀਗੀ। ਮੇਰਾ ਇੱਕ ਚੀਜ਼ ਕਹਿਣਾ ਹੈਗਾ, ਔਰ ਮੇਰੇ ਪੰਜਾਬ ਦੇ ਭਰਾ ਸਮਝਣਗੇ ਇਸ ਗੱਲ ਨੂੰ, ਕਿ ਮੇਰੀ ਸੋਚ ਇਹ ਹੈਗੀ ਕਿ ਬਿਹਾਰ ਦਾ ਕਿਸਾਨ ਜਿਹੜਾ ਹੈਗਾ, ਜੋ ਅੱਜ ਇਸ ਕ੍ਰਾਈਸਿਸ ਵਿੱਚ ਹੈਗਾ, ਉਹਨੂੰ ਸਾਨੂੰ ਕੋਸ਼ਿਸ਼ ਹੋਣੀ ਚਾਹੀਦੀ ਹੈ ਦੇਸ਼ ਦੀ ਕਿ ਉਹਨੂੰ ਉੱਪਰ ਉਠਾ ਕੇ ਪੰਜਾਬ ਦੇ ਲੈਵਲ ਤੇ ਲੈ ਕੇ ਆਏ। ਲੇਕਿਨ ਮੈਨੂੰ ਡਰ ਇਹ ਹੈ ਕਿ ਜਿਸ ਤਰ੍ਹਾਂ ਮੰਡੀਆਂ ਨੂੰ ਹੁਣ ਆਸਤੇ ਉਹਦਾ ਰੋਲ ਘੱਟ ਹੁੰਦਾ ਜਾਏਗਾ, MSP ਤੋਂ ਵੀ ਅਸੀਂ ਹਟਦੇ ਜਾਵਾਂਗੇ, ਤੇ ਇਹਦਾ ਮਤਲਬ ਇਹ ਨਾ ਹੋਏ ਕਿ ਕੱਲ ਪੰਜਾਬ ਦਾ ਕਿਸਾਨ ਵੀ ਬਿਹਾਰ ਦਾ ਕਿਸਾਨ ਬਣ ਜਾਏ। ਜੀ ਬਿਲਕੁਲ, ਇਹ ਬਹੁਤ ਬੜਾ ਸਵਾਲ ਹੈਗਾ। ਮੈਂ ਤੁਹਾਨੂੰ ਇਸ ਕਰਕੇ ਕਹਿ ਰਿਹਾ ਹਾਂ ਕਿ ਦੇਖੋ, ਨਬਾਰਡ ਦੀ ਰਿਪੋਰਟ ਆਉਂਦੀ ਹੈ 2015-16 ਵਿੱਚ, ਉਹ ਰਿਪੋਰਟ ਕਹਿੰਦੀ ਹੈ ਕਿ ਐਵਰੇਜ ਜਿਹੜੀ ਇਨਕਮ ਹੈਗੀ ਕਿਸਾਨ ਦੀ ਬਿਹਾਰ ਵਿੱਚ, ਉਹ ਤਕਰੀਬਨ 7000 ਰੁਪਏ ਹੈਗੀ ਹੈ ਪਰ ਮੰਥ। ਔਰ ਜਿਹੜਾ ਆਪਣਾ ਪੰਜਾਬ ਵਿੱਚ ਦੇਖੀਏ ਤਾਂ ਇਨਕਮ 23000 ਰੁਪਏ ਦੇ ਆਸ-ਪਾਸ ਹੈਗੀ। ਇਹ ਫਰਕ ਕਿਉਂ ਹੈਗਾ? ਇਹ ਫਰਕ ਇਸ ਕਰਕੇ ਹੈਗਾ ਕਿ ਉਹਨਾਂ ਨੇ ਮੰਡੀਆਂ ਦੇ ਜਿਹੜਾ ਤਾਂ APMC ਮੰਡੀ ਨੂੰ ਉਹਨਾਂ ਨੇ ਬਿਲਕੁਲ ਖਤਮ ਕਰਤਾ ਸੀਗਾ। ਜੇ ਉੱਥੇ APMC ਮੰਡੀਆਂ ਹੁੰਦੀਆਂ ਤਾਂ ਮੈਂ ਐਕਸਪੈਕਟ ਕਰ ਸਕਦਾ ਕਿ ਚਲੋ 23000 ਨਹੀਂ ਤਾਂ ਘੱਟ ਤੋਂ ਘੱਟ 15000 ਰੁਪਏ ਤਾਂ ਉਹਨਾਂ ਦੀ ਇਨਕਮ ਹੁੰਦੀ। ਕਹਿਣ ਦਾ ਮਤਲਬ ਹੈ ਕਿ ਉਹ ਸਿਸਟਮ ਨੇ ਦਿਖਾਤਾ, ਪੰਜਾਬ ਦਾ ਜਿਹੜਾ ਸਿਸਟਮ ਹੈਗਾ APMC ਮੰਡੀਆਂ ਦਾ, ਕਿ ਅਗਰ ਦੇਸ਼ ਵਾਸਤੇ ਕੋਈ ਰਸਤਾ ਹੈਗਾ ਕਿਸਾਨ ਦੀ ਮਦਦ ਕਰਨ ਦਾ, ਉਹ ਮੰਡੀਆਂ ਦਾ ਹੈਗਾ, ਜਿਹੜਾ APMC ਮੰਡੀ ਦਾ ਨੈਟਵਰਕ ਅਸੀਂ ਫੈਲਾਇਆ ਸੀਗਾ। ਮੈਂ ਮੰਨਦਾ ਪਾਮਿਲ ਜੀ ਕਿ ਵਿੱਚ ਪ੍ਰੋਬਲਮ ਹੈਗੇ ਹੈ, ਜਿਵੇਂ ਕਾਟਲਾਈਜੇਸ਼ਨ ਹੁੰਦੀ ਹੈ, ਆੜਤੀਏ ਤੰਗ ਵੀ ਕਰਦੇ ਆ, ਇਹ ਸਾਰਾ ਕੁਝ ਹੈਗਾ, ਲੇਕਿਨ ਇਹਨੂੰ ਹਟਾਉਣ ਦਾ ਜਾਂ ਇਹਨੂੰ ਇੰਪਰੂਵ ਕਰਨ ਦੇ ਤਰੀਕੇ ਹੋਰ ਵੀ ਹੈਗੇ ਹੈ। ਤੁਸੀਂ ਇਹ ਨਹੀਂ ਕਿ ਇਹਨੂੰ ਮੰਡੀਆਂ ਨੂੰ ਹਟਾ ਦਿਓ, ਇਹ ਕੋਈ ਰਸਤਾ ਨਹੀਂ ਹੈ, ਔਰ ਤੁਸੀਂ ਕਿਸਾਨਾਂ ਨੂੰ ਬਾਜ਼ਾਰ ਦੇ ਹਵਾਲੇ ਛੱਡ ਦਿਓ। ਬਾਜ਼ਾਰ ਦੁਨੀਆ ਵਿੱਚ ਕਿਤੇ ਵੀ ਸਕਸੈਸਫੁਲ ਨਹੀਂ ਹੋਇਆ ਹੈਗਾ। ਇਟ ਇਜ਼ ਨਾਟ ਐਨ ਐਫੀਸ਼ੀਐਂਟ ਮਾਰਕੀਟ, ਇਟ ਇਜ਼ ਐਨ ਇਨਐਫੀਸ਼ੀਐਂਟ ਮਾਰਕੀਟ ਗਲੋਬਲੀ। ਠੀਕ ਹੈ ਦਵਿੰਦਰ ਜੀ, ਜਿਸ ਤਰ੍ਹਾਂ ਦੇ ਨਾਲ, ਕਿਉਂਕਿ ਪੋਲੀਟੀਕਲ ਬਿਆਨ ਹੋਰ ਹੁੰਦੇ, ਮੈਂ ਤੁਹਾਡੇ ਕੋਲ ਪੋਲੀਟੀਕਲ ਕਮੈਂਟ ਨਹੀਂ ਲੈਣਾ ਕਿਸੇ ਵੀ ਮੁੱਦੇ ਦੇ ਉੱਤੇ, ਪਰ ਮੈਂ ਤੁਹਾਨੂੰ ਰੈਫਰੈਂਸ ਤੋਂ ਦੱਸ ਦਿੰਦਾ, ਜਿਹੜੇ ਕੇਂਦਰੀ ਮੰਤਰੀ ਹੈਗੇ ਨੇ, ਨਰਿੰਦਰ ਤੋਮਰ ਹੋਣਾ ਨੇ ਇੱਕ ਬਿਆਨ ਦਿੱਤਾ ਸੀਗਾ ਕਿ MSP ਜਿਹੜੀ ਹੈਗੀ ਕਾਇਮ ਰਹੇਗੀ, ਪਰ ਇਸ ਆਰਡੀਨੈਂਸ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਭਰੋਸਾ ਜਾਂ ਗਰੰਟੀ ਹੈਗੀ ਹੈ ਕਿ ਕਣਕ ਝੋਨੇ ਦੀ ਫਸਲ, ਜੇ ਸਿਰਫ ਪੰਜਾਬ ਦੇ ਸੰਦਰਭ 'ਚ ਗੱਲ ਕਰੀਏ, ਕਿ ਖਰੀਦੀ ਜਾਏਗੀ, ਫਸਲ ਖਰੀਦ ਦੀ ਕੋਈ ਗਰੰਟੀ ਹੈਗੀ ਹੈ? ਦੇਖੋ, ਮੈਂ ਪਹਿਲੇ ਵੀ ਕਿਹਾ ਸੀਗਾ ਕਿ ਬਈ APMC ਨੂੰ ਔਰ MSP ਨੂੰ ਸਰਕਾਰ ਨੇ ਮੰਨਿਆ ਕਿ ਇਹ ਬਰਕਰਾਰ ਰਹੇਗੀ, ਇਹ ਅੱਛੀ ਗੱਲ ਹੈ। ਲੇਕਿਨ ਇੱਕ ਗੱਲ ਹੋਰ ਸਾਨੂੰ ਸਮਝਣੀ ਹੈ ਕਿ ਜਿਹੜਾ ਇਕੋਸਿਸਟਮ ਹੁੰਦਾ ਹੈ, ਅੰਗਰੇਜ਼ੀ 'ਚ ਅਸੀਂ ਕਹਿੰਦੇ ਇਕੋਸਿਸਟਮ, ਉਹਨੂੰ ਸਮਝਣ ਦੀ ਬਹੁਤ ਜ਼ਰੂਰਤ ਹੈਗੀ ਹੈ। ਮੈਨੂੰ ਯਾਦ ਹੈ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਮੈਨੂੰ ਕਈ ਵਾਰ ਮੇਰੇ ਨਾਲ ਜਦ ਗੱਲ ਹੁੰਦੀ ਹੈ, ਜ਼ਿਆਦਾ ਤਾਂ ਨਹੀਂ ਹੋਈ, ਜਦ ਵੀ ਹੋਈ ਹੈ, ਮੈਨੂੰ ਉਹਨਾਂ ਨੇ ਕਿਹਾ ਕਿ ਵੀ ਮੇਰੇ ਤੇ ਬਹੁਤ ਪ੍ਰੈਸ਼ਰ ਹੈਗਾ ਕਿ ਮੰਡੀਆਂ ਨੂੰ ਖਤਮ ਕੀਤਾ ਜਾਏ।
ਇਹ ਮੁੱਖ ਮੰਤਰੀ ਕਹਿ ਰਹੇ ਜੀ, ਹੈ ਔਰ ਜੀ। ਪਬਲਿਕਲੀ ਵੀ ਕਹਿੰਦੇ ਸੀਗੇ ਉਹ ਕਿ ਵੀ ਪੰਜਾਬ ਦੇ ਉੱਪਰ ਬਹੁਤ ਪ੍ਰੈਸ਼ਰ ਹੈ ਕਿ ਮੰਡੀਆਂ ਨੂੰ ਖਤਮ ਕੀਤਾ ਜਾਏ, ਐਮਐਸਪੀ ਤੋਂ ਨਿਕਲਿਆ ਜਾਏ। ਇਹ ਗੱਲ ਸਾਫ਼ ਹੈਗੀ ਹੈ। ਜੀ, ਜੀ। ਇਹ ਅਸੀਂ ਸਿਰਫ ਇਸੇ ਸਟੇਟ ਦੀ ਗੱਲ ਨਹੀਂ ਕਰ ਰਹੇ ਹਾਂ, ਤੁਸੀਂ ਦੇਸ਼ ਦੇ ਇਕਨੋਮਿਸਟ ਦੀ ਗੱਲ ਸੁਣੋ, ਪੰਜਾਬ ਵਿੱਚ ਆਂਦੇ ਜਾਂ ਪੰਜਾਬ ਦੇ ਬਾਹਰ ਹੈ, ਸਾਰੀ ਕੋਸ਼ਿਸ਼ ਇਕਨੋਮਿਸਟ ਦੀ ਇਹ ਹੈ ਕਿ ਐਮਐਸਪੀ ਇਜ਼ ਅ ਮੋਨੋਪੋਲਿਸਟਿਕ ਪ੍ਰਾਈਸ। ਉਹਨਾਂ ਦਾ ਕਹਿਣਾ ਹੈਗਾ ਕਿ ਐਮਐਸਪੀ ਜਾਂ ਕਿਸਾਨ ਨੂੰ ਮਿਲਦਾ ਹੈਗਾ ਤਾਂ ਉਹ ਕਿਸਾਨ ਨੂੰ ਇੱਕ ਤਰ੍ਹਾਂ ਦਾ ਮਜਬੂਰ ਕਰਦਾ ਕਿ ਉਹ ਤੋਂ ਜ਼ਿਆਦਾ ਪ੍ਰਾਈਸ ਨਾ ਮਿਲੇ। ਇਹ ਕਿਹਾ ਜਾਂਦਾ ਹੈ ਅਸੀਂ ਐਮਐਸਪੀ ਨੂੰ ਹਟਾ ਦੇਵਾਂਗੇ ਤਾਂ ਕਹਿੰਦੇ ਪ੍ਰਾਈਸ ਡਿਸਕਵਰੀ ਹੋਏਗੀ। ਉਹੀ ਜਿਹੜੀ ਟਰਮ ਮੈਂ ਪਹਿਲੇ ਵੀ ਯੂਜ਼ ਕੀਤੀ ਸੀ, ਪ੍ਰਾਈਸ ਡਿਸਕਵਰੀ ਕਹਿੰਦੇ ਆ ਕਿ ਕਿਸਾਨ ਨੂੰ ਜ਼ਿਆਦਾ ਮਿਲੇਗਾ। ਮੈਂ ਤੁਹਾਨੂੰ ਇੱਕ ਗੱਲ ਕਰਨਾ ਚਾਹੁੰਦਾ ਹਾਂ ਪਾਮਿਲ ਜੀ ਕਿ ਸਾਰੇ ਦੇਸ਼ ਵਿੱਚ ਸਿਰਫ 6% ਕਿਸਾਨਾਂ ਨੂੰ ਐਮਐਸਪੀ ਮਿਲਦਾ ਹੈਗਾ ਜੀ। 94% ਫਾਰਮਰਸ ਜਿਹੜੇ ਸਾਡੇ ਹੈਗੇ ਆ ਉਹ ਮਾਰਕੀਟ ਦੇ ਹਵਾਲੇ ਹੈਗੇ ਆ। ਜੇ ਮਾਰਕੀਟ ਕਿਸਾਨਾਂ ਨੂੰ ਜ਼ਿਆਦਾ ਦਾਮ ਦੇ ਰਹੀ ਹੁੰਦੀ ਐਮਐਸਪੀ ਤੋਂ ਤਾਂ ਕਿਸਾਨ ਕੋਈ ਪਾਗਲ ਹੈ ਕਿ ਉਹ ਬੋਲੇਗਾ ਕਿ ਮੈਨੂੰ ਤੁਸੀਂ ਏਪੀਐਮਸੀ ਲੈ ਕੇ ਆਓ ਜਾਂ ਐਮਐਸਪੀ ਲਗਾਓ? ਕਿਉਂ ਬੋਲੇਗਾ? ਬਿਲਕੁਲ। ਜੇ ਉਹਨੂੰ ਅੱਛਾ ਮਾਲ ਬਾਹਰ ਅੱਛਾ ਪ੍ਰਾਈਸ ਬਾਹਰ ਮਿਲਦਾ ਤਾਂ ਕਿਉਂ ਏਪੀਐਮਸੀ ਦੇ ਉੱਪਰ ਡਿਪੈਂਡੈਂਟ ਰਹੇਗਾ? ਲੇਕਿਨ ਕਹਿਣ ਦਾ ਮਤਲਬ ਹੈ ਕਿ 94% ਕਿਸਾਨ ਜਿਹੜੇ ਕਿ ਮਾਰਕੀਟ ਦੇ ਹਵਾਲੇ ਹੈਗੇ ਆ, ਜਿਹੜੇ ਸਾਲੋਂ ਸਾਲ ਉਹਦੇ ਉੱਪਰ ਆਪਣਾ ਮਾਲ ਵੇਚਦੇ ਹੈਗੇ, ਮਾਰਕੀਟ ਵਿੱਚ ਬਾਜ਼ਾਰ ਵਿੱਚ ਜਾ ਕੇ ਆਪਣਾ ਮਾਲ ਵੇਚਦੇ ਆ, ਅਗਰ ਉਹਨਾਂ ਨੂੰ ਅੱਛਾ ਦਾਮ ਮਿਲਦਾ ਤੁਸੀਂ ਮੰਨੋਗੇ ਪੰਜਾਬ ਦੇ ਕਿਸਾਨਾਂ ਨੂੰ ਕੋਈ ਦਿੱਕਤ ਨਹੀਂ ਸੀਗੀ। ਇੱਕ ਗੱਲ ਹੋਰ ਮੈਂ ਕਹਿਣਾ ਚਾਹੁੰਦਾ, ਹੁਣ ਤੁਸੀਂ ਦੇਖੋ ਉੱਤਰ ਪ੍ਰਦੇਸ਼ ਦਾ ਐਗਜ਼ਾਮਪਲ ਲਈਏ। ਉੱਤਰ ਪ੍ਰਦੇਸ਼ ਸਭ ਤੋਂ ਜ਼ਿਆਦਾ ਪੈਦਾਵਾਰ ਕਣਕ ਦੀ ਉੱਤਰ ਪ੍ਰਦੇਸ਼ ਵਿੱਚ ਹੁੰਦੀ ਹੈ। ਉੱਤਰ ਪ੍ਰਦੇਸ਼ ਤੇ ਇਹ ਹਾਲ ਹੈ ਕਿ ਸਿਰਫ 7% ਕਿਸਾਨਾਂ ਨੂੰ ਐਮਐਸਪੀ ਮਿਲਦਾ ਉੱਤਰ ਪ੍ਰਦੇਸ਼ ਵਿੱਚ। 93% ਫਾਰਮਰਸ ਜਿਹੜੇ ਹੈਗੇ ਆ ਉੱਤਰ ਪ੍ਰਦੇਸ਼ ਦੇ ਉਹ ਮਾਰਕੀਟ ਦੇ ਹਵਾਲੇ ਹੈਗੇ ਆ। ਮੈਂ 2 ਦਿਨ ਪਹਿਲੇ ਦਾ ਮੈਨਪੁਰੀ ਇੱਕ ਜ਼ਿਲ੍ਹਾ ਹੈਗਾ ਉਹਦਾ ਮੈਂ ਆਪਣਾ ਮਾਰਕੀਟ ਦਾ ਰੇਟ ਦੇਖ ਰਿਹਾ ਸੀਗਾ। 1500-1600 ਕਣਕ ਦਾ ਉੱਥੇ ਦਾਮ ਹੈ 2 ਦਿਨ ਪਹਿਲੇ ਦਾ। ਇੱਥੇ ਪੰਜਾਬ ਵਿੱਚ 1925 ਹੈ। ਮੈਂ ਪੁੱਛਣਾ ਚਾਹੁੰਦਾ ਹਾਂ ਕਿ ਜੇ ਇਹ ਮਾਰਕੀਟ ਇੰਨੀ ਅੱਛੀ ਹੈ ਤਾਂ ਉੱਤਰ ਪ੍ਰਦੇਸ਼ ਦਾ ਵੀ ਜਿਹੜੀ ਕਣਕ ਹੈ ਉਹ ਹਰਿਆਣੇ ਵਿੱਚ ਆ ਕੇ ਕਿਉਂ ਵਿਕਦੀ ਹੈਗੀ ਹੈ? ਹਰਿਆਣਾ ਦੀ ਪ੍ਰੋਕਿਉਰਮੈਂਟ ਇਸ ਵਾਰੀ ਘੱਟ ਹੋਈ ਹੈ, ਇਸ ਕਰਕੇ ਘੱਟ ਹੋਈ ਹੈ ਕਿ ਜਿਹੜੀ ਉੱਥੋਂ ਉੱਤਰ ਪ੍ਰਦੇਸ਼ ਤੋਂ ਬਿਹਾਰ ਤੋਂ ਜਿਹੜਾ ਪ੍ਰੋਡਿਊਸ ਆਉਂਦਾ ਸੀ ਨਾ, ਜਿਹੜਾ ਕਿ ਵਿਕਦਾ ਸੀਗਾ ਹਰਿਆਣੇ ਵਿੱਚ, ਇਸ ਵਾਰੀ ਲਾਕਡਾਊਨ ਕਰਕੇ ਉਹ ਨਹੀਂ ਆ ਸਕਿਆ। क्या ਇਹਦਾ ਮਤਲਬ ਜਿਹੜੇ ਹੁਣ ਬਾਜ਼ਾਰ ਖੋਲਤੇ ਹੈ, ਇਹਦਾ ਮਤਲਬ क्या ਹੁਣੇ ਪਰਮਿਸ਼ਨ ਹੋ ਗਈ ਕਿ ਉੱਤਰ ਪ੍ਰਦੇਸ਼ ਦਾ ਕਿਸਾਨ ਜਾਂ ਬਿਹਾਰ ਦਾ ਕਿਸਾਨ ਜਾਂ ਬੰਗਾਲ ਦਾ ਕਿਸਾਨ ਜਾਂ ਮੱਧ ਪ੍ਰਦੇਸ਼ ਦਾ, ਖੈਰ ਚਲੋ ਉਹਨਾਂ ਕੋਲ ਆਪਣੀ ਮੰਡੀਆਂ ਹੈਗੀਆਂ, ਰਾਜਸਥਾਨ ਦਾ ਕਿਸਾਨ ਆ ਕੇ ਹੁਣ ਪੰਜਾਬ ਹਰਿਆਣਾ 'ਚ ਫ੍ਰੀਲੀ ਵੇਚ ਸਕਦਾ ਹੈ? ਇਹ ਅਲਾਉਡ ਹੋ ਗਿਆ? जब कहते हैं 1 कंट्री 1 मार्केट, तो क्यों नहीं बिहार के किसान ਨੂੰ क्यों ਹੁਣ ਰੋਕਿਆ ਜਾਏ? ਉਹਨਾਂ ਨੂੰ ਵੀ ਇਜਾਜ਼ਤ ਹੋਣੀ ਚਾਹੀਦੀ ਹੈ ਉਹ ਆ ਕੇ ਪੰਜਾਬ ਵਿੱਚ ਆਪਣਾ ਮਾਲ ਵੇਚੇ, ਉਹਨੂੰ ਵੀ ਇਜਾਜ਼ਤ ਹੋਣੀ ਚਾਹੀਦੀ ਹੈ ਕਿ ਆਪਣਾ ਹਰਿਆਣਾ ਵਿੱਚ ਮਾਲ ਆ ਕੇ ਵੇਚੇ। ਕਿਆ ਸਰਕਾਰ ਇਹ ਅਸ਼ੋਰ ਕਰੇਗੀ ਕਿ ਜਿਹੜਾ ਬਾਹਰੋਂ ਪ੍ਰੋਡਿਊਸ ਆਏਗਾ ਉਹਦੀ ਐਮਐਸਪੀ ਦੇਣ ਵਾਸਤੇ ਵੀ ਉਹਨਾਂ ਕੋਲ ਪੈਸਾ ਹੋਏਗਾ? ਦੇਖੋ ਨਾ, ਹੁਣ ਪੰਜਾਬ ਵਿੱਚ ਕਣਕ ਵਾਸਤੇ 26,000 ਕਰੋੜ ਰੁਪਇਆ ਸੈਂਟਰ ਨੇ ਦਿੱਤਾ ਜਿਹੜਾ ਕਿਸਾਨਾਂ ਨੂੰ ਮਿਲਿਆ ਹੈਗਾ। ਜੇ ਇਹ 26,000 ਕਰੋੜ ਦੇ ਇਲਾਵਾ ਚਲੋ 5,000 ਕਰੋੜ ਦੀ ਹੋਰ ਕਣਕ ਬਾਹਰੋਂ ਆ ਜਾਏ ਤਾਂ ਕਿਆ ਪੰਜਾਬ ਸਰਕਾਰ ਉਹਨਾਂ ਨੂੰ ਦੇ ਸਕੇਗੀ? ਕਹਿਣ ਦਾ ਮਤਲਬ ਇਹ ਹੈ, ਕਿਆ ਸਰਕਾਰ ਆਪਣੀ ਨੀਤੀਆਂ ਵਿੱਚ ਕਲੈਰੀਫਾਈ ਕਰੇਗੀ ਕਿ ਕਿਆ ਅਸੀਂ ਜਿਹੜਾ ਬਾਹਰੋਂ ਪੰਜਾਬ ਵਿੱਚ ਆਏਗਾ ਮਾਲ ਜਾਂ ਪ੍ਰੋਡਿਊਸ ਆਏਗੀ ਉਹ ਵੀ ਅਸੀਂ ਖਰੀਦਾਂਗੇ? ਕਹਿਣ ਦਾ ਮਤਲਬ ਕਿ ਸਰਕਾਰ ਨੇ ਕੱਲ੍ਹ ਹੀ ਕਿਹਾ ਕਿ ਇਹ ਹੁਣੀ ਤੋਂ ਲਾਗੂ ਹੈਗਾ, ਤਾਂ ਹੀ ਆਰਡੀਨੈਂਸ ਦਾ ਮਤਲਬ ਇਹੀ ਹੁੰਦਾ ਹੈ। ਕਿਉਂ ਨਹੀਂ ਅਸੀਂ ਇਹਨੂੰ ਦੁਬਾਰਾ ਸੋਚਦੇ? ਮੇਰਾ ਕਹਿਣਾ ਇਹ ਮਤਲਬ ਹੈਗਾ ਅਸੀਂ ਇਸ ਸਾਰੇ ਆਰਡੀਨੈਂਸ ਨੂੰ ਦੁਬਾਰਾ ਸੋਚੀਏ ਕਿ ਕਿਸਾਨ ਦਾ ਹਿੱਤ ਕਿਸ ਤਰ੍ਹਾਂ ਬਰਕਰਾਰ ਰੱਖਿਆ ਜਾਏ, ਉਹਨੂੰ ਦੁਬਾਰਾ ਰੀਡਿਜ਼ਾਈਨ ਕਰਨਾ ਚਾਹੀਦਾ। ਦਵਿੰਦਰ ਜੀ, ਜਿਹੜਾ ਐਸੈਂਸ਼ੀਅਲ ਕਮੋਡਿਟੀਜ਼ ਆਰਡੀਨੈਂਸ 2020 ਦੇ ਵਿੱਚ ਕਿਸੇ ਵੀ ਮਤਲਬ ਹਾਲਾਤ ਦੇ ਦੌਰਾਨ ਕਿੰਨੀ ਕੋਈ ਸਟਾਕ ਕਰ ਸਕਦਾ, ਇਹਦੀ ਕੋਈ ਲਿਮਿਟ ਨਹੀਂ ਹੈਗੀ, ਇਸ ਚੀਜ਼ ਦਾ ਅਸਰ ਕੀ ਹੁੰਦਾ? ਜਾਂ ਇਹ ਵੀ ਕਿਹਾ ਜਾ ਰਿਹਾ ਕਿ ਹੁਣ ਜਿਹੜੀ ਜ਼ਖੀਰੇਬਾਜ਼ੀ ਹੈ, ਸਟਾਕ ਕਰਨਾ, ਅਨਾਜ ਨੂੰ ਸਟਾਕ ਕਰਕੇ ਰੱਖਣਾ, ਉਹ ਵੱਧ ਜਾਏਗਾ ਇਹਨਾਂ ਆਰਡੀਨੈਂਸ ਤੋਂ ਬਾਅਦ। ਤੁਹਾਡੀ ਰਾਏ ਕੀ ਹੈਗੀ ਇਸ ਤੇ? ਦੇਖੋ ਜੀ, ਤੁਸੀਂ ਮਦਰ ਇੰਡੀਆ ਫਿਲਮ ਜ਼ਰੂਰ ਦੇਖੀ ਹੋਏਗੀ। ਮਦਰ ਇੰਡੀਆ 1987 ਦੀ ਬਲੌਕਬਸਟਰ ਸੀਗੀ, ਇਨ ਦੀ ਸੈਂਸ ਕਿ ਐਪਿਕ ਫਿਲਮ ਹੈ ਸਾਰੇ ਹਿੰਦੁਸਤਾਨ ਵਿੱਚ। ਉਹਦੇ ਵਿੱਚ ਇੱਕ ਕਰੈਕਟਰ ਹੈਗਾ ਕਨਹਈਆ ਲਾਲ ਦਾ। ਉਹ ਸੂਦਖੋਰ ਸੀਗਾ, ਮਤਲਬ ਜ਼ਮੀਂਦਾਰ ਸੀਗਾ, ਬੜਾ ਲੈਂਡਲॉर्ड ਸੀਗਾ। ਆਪਣਾ ਕੀ ਕਹਿੰਦੇ ਉਹਨੂੰ, ਜਿਹੜੇ ਬਿਜ਼ਨਸਮੈਨ ਹੁੰਦੇ ਆ ਉਹ ਸਭ ਉਹਦਾ ਕੋਈ ਸਾਹੂਕਾਰ ਸੀਗਾ। ਉਹ ਸਾਹੂਕਾਰ ਸੀਗਾ। ਉਹ ਕੀ ਕਰਦਾ ਸੀਗਾ? ਉਹ ਹੋਰਡਿੰਗ ਕਰਦਾ ਸੀਗਾ। ਮੈਂ ਇੰਨੇ ਸਾਲ ਉਹਨੂੰ ਵਿਲਨ ਮੰਨਦਾ ਰਿਹਾ, ਪਰ ਮੈਨੂੰ ਹੁਣ ਸਮਝ ਆ ਰਿਹਾ ਕਿ ਉਹ ਵਿਲਨ ਨਹੀਂ ਸੀਗਾ, ਉਹ ਤਾਂ ਆਪਣੇ ਟਾਈਮ ਤੋਂ ਅੱਗੇ ਦੀ ਸੋਚ ਰਿਹਾ ਸੀਗਾ। ਅੱਜ ਅਸੀਂ ਉਹੀ ਜਮਾਖੋਰੀ ਨੂੰ ਅੱਜ ਅਸੀਂ ਲੀਗਲਾਈਜ਼ ਕਰਤਾ। ਇਹ ਕਹਿਣਾ ਕਿ ਬਈ ਇਹ ਜਿਹੜਾ ਕੋਈ ਸਟਾਕ ਲਿਮਿਟ ਨਹੀਂ ਹੋਏਗੀ ਔਰ ਤੁਸੀਂ ਅਲਾਉ ਕਰਤਾ ਕਿ ਆਲੂ ਵੀ, ਪਿਆਜ਼ ਵੀ, ਪਲਸਿਸ ਵੀ ਔਰ ਆਇਲ ਸੀਡ ਵੀ, ਇਹ ਤੁਸੀਂ ਸਾਰਾ ਜਿੰਨਾ ਮਰਜ਼ੀ ਰੱਖ ਸਕਦੇ ਹੋ ਹੈਗੇ। ਇਹੀ ਤਾਂ ਵਿਚਾਰਾ ਉਹ ਕਨਈਆ ਲਾਲ ਕਰਦਾ ਸੀਗਾ। ਕਹਿਣ ਦਾ ਮਤਲਬ ਇਹ ਹੈ ਕਿ ਇਹ ਕਿਸ ਤਰ੍ਹਾਂ ਹੋ ਗਿਆ, ਜ਼ਮਾਨਾ ਕਿਸ ਤਰ੍ਹਾਂ ਸ਼ਿਫਟ ਹੋ ਗਿਆ। ਦੇਖੋ ਕਿ ਇੱਕ ਟਾਈਮ ਤੇ ਜਿਹੜਾ ਅਸੀਂ ਸੋਚਦੇ ਸੀਗੇ ਕਿ ਇਹ ਗਲਤ ਹੈ, ਉਹ ਅੱਜ ਠੀਕ ਹੋ ਗਿਆ ਹੈਗਾ। ਅੱਜ ਅਸੀਂ ਉਹਨੂੰ ਇਨਕਰੇਜ ਕਰਦੇ ਹੈਗਾ। ਮੈਂ ਇਸ ਕਰਕੇ ਕਹਿ ਰਿਹਾ ਹੈਗਾ ਕਿ ਅੱਜ ਇੱਕ ਐਸੈਂਸ਼ੀਅਲ ਕਮੋਡਿਟੀਜ਼ ਐਕਟ ਤਾਂ ਹੈਗਾ,
ਉਹਦੇ ਬਾਵਜੂਦ ਵੀ ਅਸੀਂ ਦੇਖਦੇ ਹਾਂ ਕਿ ਪ੍ਰਾਈਸਿਸ बढ़ते ਹੈਗੇ ਆ, ਪਿਆਜ਼ ਦੇ ਹੋਣ ਜਾਂ ਹਰ ਇੱਕ ਕਿਸੇ ਕਮੋਡਿਟੀ ਦੇ ਹੋਣ, बढ़ते ਕਿ ਨਹੀਂ बढ़ते ਜੀ ਜੀ ਉਸ ਕੰਟਰੋਲ ਦੇ ਬਾਅਦ ਹੀ बढ़ते ਹੈਗੇ। ਜਦ ਤੁਸੀਂ ਇਹ ਕੰਟਰੋਲ ਹੀ ਖਤਮ ਕਰਤਾ ਕਿ ਜਿੰਨਾ ਮਰਜ਼ੀ ਸਟਾਕ ਰੱਖ ਲਓ, ਇਹ ਫਿਰ ਦੇਖੋ ਇੰਟਰਸਟਿੰਗਲੀ ਇਹ ਕਿਹਾ ਜਾਂਦਾ ਹੈ ਕਿ ਸਭ ਇਹਦੇ ਨਾਲ ਕਿਸਾਨ ਨੂੰ ਫਾਇਦਾ ਹੋਏਗਾ। ਮੈਨੂੰ ਇਹ ਸਮਝ ਨਹੀਂ ਆਉਂਦਾ ਕਿ ਬਈ ਸਟਾਕ ਰੱਖਣ ਵਾਲਾ ਜਿਹੜਾ ਹੈਗਾ, ਜਿਹਦੇ ਕੋਲ ਬਹੁਤ ਸਟਾਕ ਲਿਮਿਟ ਹੋਏਗੀ, ਜਿਹੜਾ ਰੱਖ ਸਕਦਾ ਹੈ ਆਪਣੇ ਕੋਲ, ਉਹ ਕਿਸਾਨ ਨੂੰ ਕਿਉਂ ਪ੍ਰੋਫਿਟ ਦੇਏਗਾ। ਬੜੀ ਸਟੱਡੀਜ਼ ਹੈਗੀਆਂ, ਇਕਨੋਮਿਕ ਸਟੱਡੀਜ਼, ਜਿਹੜੀ ਕਹਿੰਦੀਆਂ ਹੈਗੀਆਂ ਕਿ ਜਦ ਕਿਸਾਨ ਇੱਕ ਬੜੇ ਪਲੇਅਰ ਦੇ ਸਾਹਮਣੇ ਖੜਾ ਹੋਏਗਾ ਤਾਂ ਉਹਦੇ ਸਾਹਮਣੇ ਉਹਦੀ ਹਿੰਮਤ ਹੀ ਨਹੀਂ ਹੁੰਦੀ, ਜਾਂ ਉਹਦਾ ਪੋਸੀਬਲ ਹੀ ਨਹੀਂ ਹੈ ਕਿ ਉਹਨੂੰ ਜਿਹੜਾ ਬੜਾ ਪਲੇਅਰ ਹੈਗਾ ਉਹਨੂੰ ਬੈਨੀਫਿਟ ਦੇਏਗਾ, ਪਾਸ ਕਰੇਗਾ। ਇਹ ਸਭ ਨੂੰ ਪਤਾ ਹੈਗਾ। ਦੂਜੀ ਗੱਲ ਇੱਕ ਹੋਰ ਸੁਣੋ ਕਿ ਅਮਰੀਕਾ ਵਿੱਚ ਮੈਂ ਤੁਹਾਨੂੰ ਦੱਸਿਆ ਸੀਗਾ, ਵਾਲਮਾਰਟ ਸਭ ਤੋਂ ਦੁਨੀਆ ਦਾ ਬੜਾ ਬਿਗ ਰਿਟੇਲਰ ਹੈਗਾ। ਉਹ ਜਿੰਨਾ ਮਰਜ਼ੀ ਸਟਾਕ ਕਰਦੇ ਹੈਗੇ। ਤਾਂ ਜੇ ਕਿਸਾਨਾਂ ਨੂੰ ਅੱਛੀ ਕੀਮਤ ਦੇ ਰਹੇ ਹੁੰਦੇ ਤਾਂ ਫਿਰ ਮੈਨੂੰ ਦੱਸੋ ਕਿ ਅਮਰੀਕਾ ਵਿੱਚ ਕ੍ਰਾਈਸਿਸ ਕਿਉਂ ਹੈਗਾ। ਜੇ ਸੇਨਸਬਰੀ ਅਮਰੀਕਾ ਦਾ ਬਹੁਤ ਬੜਾ ਰਿਟੇਲਰ ਹੈਗਾ, ਟੈਸਕੋ ਬਹੁਤ ਬੜਾ ਰਿਟੇਲਰ ਹੈਗਾ, ਤੁਹਾਨੂੰ ਹੈਰਾਨਗੀ ਹੋਏਗੀ ਕਿ ਜਾਣ ਕੇ ਕਿ ਇੰਗਲੈਂਡ ਵਿੱਚ ਕਿਸਾਨ ਜਿਹੜੇ ਹੈਗੇ ਉਹ ਪ੍ਰੋਟੈਸਟ ਕਰਦੇ ਪਏ ਆ ਕੇ ਮਲਟੀ ਬ੍ਰਾਂਡ ਰਿਟੇਲ ਜਿਹੜਾ ਹੁੰਦਾ ਹੈ ਕਿ ਬਈ ਤੁਸੀਂ ਸਾਨੂੰ ਫੇਅਰ ਪ੍ਰਾਈਸਿਸ ਦਿਓ। ਉਹ ਫੇਅਰ ਪ੍ਰਾਈਸਿਸ ਮੰਗ ਰਹੇ ਹੈਗੇ ਯੂਰਪ 'ਚ ਔਰ ਅਮਰੀਕਾ ਵਿੱਚ, ਇਹ ਬੜੇ ਬੜੇ ਰਿਟੇਲਰ ਤੋਂ ਜਿਹੜਾ ਕਿ ਹੋਰਡਿੰਗ ਕਰਦੇ ਹੈਗੇ। ਔਰ ਅਸੀਂ ਇੰਡੀਆ 'ਚ ਕਹਿੰਦੇ ਹਾਂ ਕਿ ਇਹ ਸਾਨੂੰ ਕਿਸਾਨਾਂ ਨੂੰ ਅੱਛੇ ਕੀਮਤ ਦੇਣਗੇ। ਮੈਨੂੰ ਨਹੀਂ ਸਮਝ ਆਉਂਦਾ ਕਿ ਇਹ ਜਿਹੜੇ ਬਾਹਰ ਵਾਲੇ ਬੜੇ ਰਿਟੇਲਰ ਹੈਗੇ, ਕਿਆ ਉਹਨਾਂ ਨੂੰ ਸਮਝ ਨਹੀਂ ਆਉਂਦੀ? ਕਿਆ ਉਹ ਸਾਡੇ ਹਿੰਦੁਸਤਾਨ ਦੇ ਜਿਹੜੇ ਰਿਟੇਲਰ ਹੈਗੇ ਨਾ ਤੋਂ ਨਹੀਂ ਸਬਕ ਸਿੱਖਦੇ ਤੇ ਕਿ ਅਸੀਂ ਕਿਸਾਨਾਂ ਨੂੰ ਜ਼ਿਆਦਾ ਕੀਮਤ ਦੇਵਾਂਗੇ? ਕਹਿਣ ਦਾ ਮਤਲਬ ਹੈ ਕਿ ਕਿਉਂ ਨਹੀਂ ਅਸੀਂ ਇਹ ਸਮਝਦੇ ਕਿ ਬਈ ਹੁਣ ਕਿਹੜਾ ਇਮੀਡੀਏਟਲੀ ਅਗਰ ਅੱਜ ਅਸੀਂ ਦੇਖ ਲਈਏ ਐਸੈਂਸ਼ੀਅਲ ਕਮੋਡਿਟੀ ਐਕਟ ਵਿੱਚ ਅੱਜ ਕਿਹੜੀ ਸਟਾਕ ਲਿਮਿਟ ਹੈ? ਕੋਈ ਲਿਮਿਟ ਨਹੀਂ ਹੈ। ਸਟੇਟਸ ਨੂੰ ਕਿਹਾ ਗਿਆ ਕਿ ਤੁਸੀਂ ਆਪਣਾ ਲਿਮਿਟ ਦੇਖ ਲਓ। ਕਿਸੇ ਸਟੇਟ ਨੇ ਨਹੀਂ ਲਿਮਿਟ ਲਗਾਈ ਹੋਈ ਹੈ, ਜਾਂ ਕਿਸੇ ਨੇ ਲਗਾਈ ਹੋਈ ਹੈ ਤਾਂ ਮੈਂ ਕਰੈਕਟ ਕਰਨ ਆਪਣੇ ਆਪ ਨੂੰ ਤਿਆਰ ਹੈਗਾ ਸੋਚਣ ਵਾਸਤੇ। ਲੇਕਿਨ ਇਹਦੇ ਬਾਵਜੂਦ ਕਿਆ ਕਿਸਾਨਾਂ ਨੂੰ ਜ਼ਿਆਦਾ ਕੀਮਤ ਮਿਲ ਰਹੀ ਹੈ? ਜਿਹੜਾ यूपी ਵਿੱਚ ਕਿਸਾਨ ਖਰੀਦ ਕਰ ਰਿਹਾ गेहूं, क्या ਉਹਨੂੰ ਜ਼ਿਆਦਾ ਕੀਮਤ ਮਿਲ ਰਹੀ ਹੈ? ਬਿਹਾਰ ਜਿਹੜਾ ਖਰੀਦ ਕਰ ਰਿਹਾ ਕਿ ਉਹਨੂੰ ਜ਼ਿਆਦਾ ਕੀਮਤ ਮਿਲ ਰਹੀ ਹੈ? ਸਿਵਾਏ ਜਿੱਥੇ MSP ਮਿਲਦਾ, ਤੁਸੀਂ ਦੇਖੋ ਮੱਧ ਪ੍ਰਦੇਸ਼ ਵਿੱਚ ਬਹੁਤ ਜ਼ਿਆਦਾ ਪ੍ਰੋਕਿਊਰਮੈਂਟ ਹੋਈ ਹੈ ਇਸ ਸਾਲ। ਮੱਧ ਪ੍ਰਦੇਸ਼ ਵਿੱਚ 5-5 ਕਿਲੋਮੀਟਰ ਦੀ ਲਾਈਨਾਂ ਲੱਗੀਆਂ ਹੁੰਦੀਆਂ ਸੀਗੀਆਂ APMC ਮੰਡੀ ਦੇ ਸਾਹਮਣੇ। 2-3 ਕਿਸਾਨ ਤਾਂ ਆਤਮ ਹੱਤਿਆ ਕਰ ਲਈ ਜਾਂ ਹਾਰਟ ਅਟੈਕ ਤੋਂ ਮਰ ਗਏ ਹੈਗੇ। ਉਸ ਲਾਈਨ 'ਚ ਵੇਟ ਕਰਦੇ 3-3 ਦਿਨ ਲੋਕਾਂ ਨੇ ਇੰਤਜ਼ਾਰ ਕੀਤਾ ਹੈ ਆਪਣਾ ਪ੍ਰੋਡਿਊਸ ਮੰਡੀ ਵਿੱਚ ਵੇਚਣ ਦੇ। ਕਿਆ ਉਹ ਕਿਸਾਨ ਬੇਵਕੂਫ ਸੀਗੇ? ਉਹ ਕਿਸੇ ਪ੍ਰਾਈਵੇਟ ਟ੍ਰੇਡ ਨੂੰ ਨਹੀਂ ਵੇਚ ਸਕਦੇ ਸੀਗੇ? ਕਿਉਂ ਨਹੀਂ ਵੇਚਿਆ? ਦਵਿੰਦਰ ਜੀ, ਕਹਿਣ ਦਾ ਮਤਲਬ ਇਹ ਹੈ ਕਿ ਸਾਨੂੰ ਸਮਝਣਾ ਚਾਹੀਦਾ ਕਿ ਬਈ ਇਹ ਜਿਹੜੇ ਰਿਫਾਰਮਸ ਅਸੀਂ ਲੈ ਕੇ ਆ ਰਹੇ, ਜਿਹੜੇ ਰਿਫਾਰਮਸ ਕਰਨੇ, ਇਹ ਬੇਸਿਕਲੀ ਟ੍ਰੇਡਰਸ ਵਾਸਤੇ ਹੈਗੇ ਹੈ, ਇਹ ਬੇਸਿਕਲੀ ਪ੍ਰੋਸੈਸਿੰਗ ਕੰਪਨੀਜ਼ ਵਾਸਤੇ ਹੈਗੇ, ਇਹ ਬੇਸਿਕਲੀ ਕਾਰਪੋਰੇਟਸ ਵਾਸਤੇ ਹੈਗੇ। ਕਿਸਾਨਾਂ ਨੂੰ ਮੇਰਾ ਆਪਣਾ ਮੰਨਣਾ ਹੈ ਕਿ ਬਹੁਤ ਘੱਟ ਇਹਦਾ ਉਪਯੋਗ ਹੋਏਗਾ। ਔਰ ਇਸੇ ਕਰਕੇ ਕਿਸਾਨ ਜਥੇਬੰਦੀਆਂ ਸਾਰੇ ਦੇਸ਼ ਵਿੱਚ ਖੜੀ ਹੋ ਰਹੀਆਂ, ਦੇਸ਼ ਨੂੰ ਸਚੇਤਾ ਕਰ ਰਹੀਆਂ ਕਿ ਬਈ ਇਹ ਜਿਹੜਾ ਹੋ ਰਿਹਾ ਹੈ ਸਾਡੇ ਨਾਲ ਅਨਿਆਏ ਹੋ ਰਿਹਾ ਹੈ। ਹਾਂ, ਅਨਿਆਏ ਹੋ ਰਿਹਾ। ਇੱਕ ਹੋਰ ਚੀਜ਼ ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ, ਆਖਰੀ ਸਵਾਲ ਹੈਗਾ, ਜਿਹੜੀਆਂ ਖਰੀਦ ਏਜੰਸੀਆਂ ਹੈਗੀਆਂ, ਜਿਹੜੀਆਂ ਪੰਜਾਬ ਦੇ ਵਿੱਚ ਵੀ ਖਰੀਦ ਏਜੰਸੀਆਂ ਕਰਦੀਆਂ ਨੇ, ਉਹਨਾਂ ਏਜੰਸੀਜ਼ ਦੀ ਭੂਮਿਕਾ ਕੀ ਰਹੇਗੀ? ਕਿ ਉਸ ਦੇ ਬਾਰੇ ਵੀ ਕੁਝ ਡਿਫਾਈਨ ਕੀਤਾ ਗਿਆ? ਕਿਉਂਕਿ ਇੱਕ ਨਜ਼ਰੀਆ ਹੈਗਾ ਸੀਗਾ, ਜਾਂ ਕਈ ਵਾਰੀ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਕਈ ਵਾਰੀ ਪੋਲੀਟੀਕਲ ਸਟੇਟਮੈਂਟਸ ਵੀ ਆਉਂਦੀਆਂ ਸੀਗੀਆਂ, ਸੁਣਨ 'ਚ ਮਿਲਦੀਆਂ ਸੀ ਕਿ FCI ਪਹਿਲੇ ਤੋਂ ਵੀ ਚਾਹੁੰਦੀ ਸੀਗੀ ਕਿ MSP ਬੰਦ ਹੋਵੇ। ਦੇਖੋ ਜੀ, ਇਹ ਮੈਂ ਤਾਂ ਹੀ ਪਹਿਲੇ ਕਿਹਾ ਸੀ, ਤੁਹਾਨੂੰ ਯਾਦ ਹੋਏਗਾ ਮੈਂ ਕਿਹਾ ਸੀ ਕਿ ਈਕੋਸਿਸਟਮ ਸਾਨੂੰ ਸਮਝਣ ਦੀ ਜ਼ਰੂਰਤ ਹੈਗੀ ਹੈ। ਤੁਹਾਨੂੰ ਯਾਦ ਹੋਏਗਾ ਸ਼ਾਂਤਾ ਕੁਮਾਰ ਕਮੇਟੀ ਬਣਾਈ ਗਈ ਸੀਗੀ। ਮੈਂ ਸ਼ਾਂਤਾ ਕੁਮਾਰ ਕਮੇਟੀ ਦੇ ਸਾਹਮਣੇ ਪ੍ਰੈਜ਼ੈਂਟ ਕੀਤਾ ਸੀਗਾ ਆਪਣਾ ਐਗਰੀਕਲਚਰ ਦੀ ਸਟੱਡੀ, ਔਰ ਉੱਥੇ ਮੈਨੂੰ ਯਾਦ ਹੈ ਕਿ ਜਦ ਮੈਂ ਕਿਹਾ ਸੀਗਾ ਕਿ ਵੀ 30% ਫਾਰਮਰਸ ਨੂੰ ਹਿੰਦੁਸਤਾਨ ਦੇ ਵੀਟ ਐਂਡ ਰਾਈਸ ਵਾਲਿਆਂ ਨੂੰ MSP ਮਿਲਦਾ ਹੈ, ਤਾਂ ਸ਼ਾਂਤਾ ਕੁਮਾਰ ਜੀ, ਐਂਡ ਆਈ ਮਸਟ ਗਿਵ ਹਿਮ ਆਲ ਦੀ ਨੰਬਰਸ, ਉਹਨਾਂ ਨੇ ਮੈਨੂੰ ਸਵਾਲ ਪੁੱਛਿਆ ਸੀਗਾ ਕਿ ਸ਼ਰਮਾ ਜੀ ਇਹ 30% ਅਸੀਂ ਕਿਸ ਤਰ੍ਹਾਂ ਕਰਨੇ ਹੈਗੇ ਆ। ਮੈਂ ਕਿਹਾ ਮੇਰੇ ਕੋਲ ਕੋਈ ਡਾਟਾ ਨਹੀਂ ਹੈਗਾ, ਲੇਕਿਨ ਮੈਂ ਐਜ਼ਿਊਮ ਕਰਦਾ ਕਿ ਕੋਈ 30% ਪ੍ਰੋਕਿਊਰਮੈਂਟ ਅਸੀਂ ਕਰਦੇ ਹਾਂ ਕਣਕ ਔਰ ਝੋਨੇ ਦੀ, ਤਾਂ ਉਹਦਾ ਮਤਲਬ ਹੈ ਕਿ ਛੋਟੇ ਕਿਸਾਨ ਹਿੰਦੁਸਤਾਨ 'ਚ ਹੈਗੇ ਤਾਂ 30% ਕਿਸਾਨ ਹੋਣਗੇ। ਤਾਂ ਜਦ ਉਹਨਾਂ ਨੇ ਪੁੱਛਿਆ ਤਾਂ ਪਤਾ ਚੱਲਿਆ, ਕਿਸੇ ਨੂੰ ਵੀ ਨਹੀਂ ਪਤਾ ਸੀਗਾ। ਫਿਰ ਅਲਟੀਮੇਟਲੀ ਜਦ ਉਹਨਾਂ ਨੇ ਖੋਜਿਆ ਜਾਂ ਬਿਲਡਅਪ ਕੀਤਾ ਤਾਂ ਪਤਾ ਚੱਲਿਆ ਸੀਗਾ ਕਿ 6% ਕਿਸਾਨਾਂ ਨੂੰ MSP ਮਿਲਦਾ ਹਿੰਦੁਸਤਾਨ 'ਚ, ਔਰ ਜਿਹੜੇ ਵੀਟ ਔਰ ਪੈਡੀ ਦੇ ਹੈਗੇ ਉਹ 30% ਐਵਰੇਜ ਜਿਹੜੇ ਹਿੰਦੁਸਤਾਨ ਦੇ ਆ ਉਹ ਪ੍ਰੋਕਿਊਰਮੈਂਟ ਹੁੰਦੀ ਹੈ। ਇਹ ਵੀ ਗੱਲ ਠੀਕ ਹੈ। ਲੇਕਿਨ ਜਿਹੜੀ ਗੱਲ ਸਮਝਣ ਵਾਲੀ ਤੁਸੀਂ ਕਹਿ ਰਹੇ ਹੋਗੇ ਕਿ ਉਸ ਕਮੇਟੀ ਦੀ ਵੀ ਰਿਕਮੈਂਡੇਸ਼ਨ ਸੀਗੀ, ਔਰ ਬਾਕੀ ਪਹਿਲੇ ਵੀ ਗੱਲਾਂ ਹੋ ਰਹੀ ਸੀ ਕਿ FCI ਨੂੰ ਅਸੀਂ ਤੋੜ ਦਈਏ, FCI ਦਾ ਰੋਲ ਜਿਹੜਾ ਹੈਗਾ ਉਹ ਚਲਾ ਜਾਏ ਕਮਰਸ਼ੀਅਲ ਐਗਰੀਕਲਚਰ ਪਾਸੇ, ਉਹ ਚਲਾ ਜਾਏ ਐਕਸਪੋਰਟ ਪਾਸੇ, ਉਹ ਚਲਾ ਜਾਏ ਫਿਊਚਰ ਟ੍ਰੇਡਿੰਗ ਵਾਸਤੇ। ਇਹ ਗੱਲਾਂ ਹੋ ਰਹੀ ਸੀਗੀਆਂ। ਤਾਂ ਇੱਕ ਤਰਫ ਤਾਂ FCI ਦਾ ਆਪਾਂ ਦਾਇਰਾ ਜਿਹੜਾ ਸੀਗਾ ਉਹ ਘਟਾ ਰਹੇ ਸੀਗੇ, ਦੂਜਾ ਇਹ ਵੀ ਕਹਿ ਰਹੇ ਸੀਗੇ ਯਾਰ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਹੈਗਾ ਜਿਹਦੇ ਤਹਿਤ ਤੁਸੀਂ ਜਾਣਦੇ ਹੋ ਸਾਰੇ ਦੇਸ਼ ਵਿੱਚ ਵਿਤਰਨ ਹੁੰਦਾ ਹੈ ਅਨਾਜ ਦਾ, ਉਹਨੂੰ ਕਿਹਾ ਜਾ ਰਿਹਾ ਕਿ ਸਭ ਇਹਨੂੰ ਘਟਾਤਾ ਜਾਏ। ਦੇਖੋ ਸਾਡੇ ਦੇਸ਼ ਦੇ ਅੱਜ ਦੇ ਜਿਹੜੇ ਇਕਨੋਮਿਕ ਐਡਵਾਈਜ਼ਰ ਸਾਹਿਬ ਹੈਗੇ ਹੈ, ਉਹ ਇਹ ਕਹਿੰਦੇ ਹੈ ਕਿ ਵੀ ਨੈਸ਼ਨਲ ਫੂਡ ਸਿਕਿਉਰਿਟੀ ਐਕਟ ਜਿਹੜਾ ਸਾਡਾ ਹੈ ਉਹਦੇ ਵਿੱਚ ਨਾ 67% ਪੋਪੂਲੇਸ਼ਨ ਨੂੰ ਅਸੀਂ ਸਸਤਾ ਅਨਾਜ ਦਿੰਦੇ ਹੈਗੇ ਆ। ਉਹ ਕਹਿੰਦੇ ਨਹੀਂ 67% ਦੇਣ ਦੀ ਜ਼ਰੂਰਤ ਨਹੀਂ, ਤੁਸੀਂ 20% ਦਿੰਦੇ ਆ।
ਔਰ ਨਾਲ ਇਹ ਵੀ ਗੱਲ ਹੋ ਰਹੀ ਹੈ ਕਿ ਸਾਹਿਬ ਤੁਸੀਂ ਕਿਸਾਨ ਗਰੀਬ ਆਦਮੀ ਨੂੰ ਕੂਪਨ ਦਿਓ, ਹੁਣ ਪੀਡੀਐਸ ਮਤ ਦਿਓ। ਜਦ ਅਸੀਂ ਕੂਪਨ ਦੇਵਾਂਗੇ ਇਹਦਾ ਮਤਲਬ ਇਹ ਹੋਇਆ ਕਿ ਅਸੀਂ ਉਹਨੂੰ ਕਹਾਂਗੇ ਕਿ ਗਰੀਬ ਆਦਮੀ ਨੂੰ ਕਿ ਤੂੰ ਜਾ ਕੇ ਮੰਡੀ ਵਿੱਚ, ਆਪਣੀ ਮਾਰਕੀਟ ਵਿੱਚ, ਆਪਣੇ ਬਾਜ਼ਾਰ ਵਿੱਚ ਜਾ ਕੇ, ਸ਼ਹਿਰ ਵਿੱਚ ਖਰੀਦ ਲੈ, ਕਿਤੋਂ ਵੀ ਖਰੀਦ ਲੈ, ਉਹ ਕੂਪਨ ਜਿਹੜਾ ਵੀ ਉਹ ਦੁਕਾਨਦਾਰ ਹੋਏਗਾ ਉਹ ਸਰਕਾਰ ਤੋਂ ਇਨਕੈਸ਼ ਕਰੇਗਾ। ਠੀਕ ਹੈ, ਇਹਦਾ ਮਤਲਬ ਹੋਇਆ ਕਿ ਸਰਕਾਰ ਨੂੰ ਪੀਡੀਐਸ ਦੀ ਜ਼ਰੂਰਤ ਨਹੀਂ ਹੋਏਗੀ। ਤੁਸੀਂ ਦੇਖੋ ਕਿੰਨਾ ਅੱਛਾ ਤਰੀਕਾ, ਉਹ ਵੀ ਸਮਝਣ ਦੀ ਕੋਸ਼ਿਸ਼ ਕਰੀਏ। ਇਹ ਜਿਹੜਾ ਕੂਪਨ ਨੂੰ ਅਸੀਂ ਪ੍ਰਮੋਟ ਕਰ ਰਹੇ ਹਾਂ, ਕੂਪਨ ਹੋਏਗਾ ਤਾਂ ਪੀਡੀਐਸ ਖਤਮ ਹੋ ਜਾਏਗਾ, ਪੀਡੀਐਸ ਖਤਮ ਹੋ ਜਾਏਗਾ ਤਾਂ ਐਮਐਸਪੀ ਦੀ ਜ਼ਰੂਰਤ ਨਹੀਂ ਰਹੇਗੀ, ਐਮਐਸਪੀ ਦੀ ਜ਼ਰੂਰਤ ਨਹੀਂ ਹੈ, ਪ੍ਰੋਕਿਉਰਮੈਂਟ ਦੀ ਜ਼ਰੂਰਤ ਨਹੀਂ ਹੈ। ਇਹ ਵੀ ਦੇਖੋ, ਇਹ ਸਾਰੇ ਜਦ ਤੱਕ ਅਸੀਂ ਲਿੰਕ ਨਹੀਂ ਕਰਾਂਗੇ ਸਾਨੂੰ ਸਮਝ ਨਹੀਂ ਆਉਂਦਾ ਕਿ ਅਸੀਂ ਕਿਸ ਤਰਫ ਜਾ ਰਹੇ ਹੈਗੇ ਆ। ਹੁਣ ਇਹ ਅਗਰ ਅਸੀਂ ਪ੍ਰੋਕਿਉਰਮੈਂਟ ਘਟਾ ਵੀ ਦਿੰਦੇ ਹਾਂ, ਦੇਖੋ ਹੁਣ ਜਿਸ ਤਰ੍ਹਾਂ ਕਿ ਕਣਕ ਔਰ ਝੋਨੇ ਦੀ ਪ੍ਰੋਕਿਉਰਮੈਂਟ ਘਟਾਉਣ ਦੀ ਗੱਲ ਹੋ ਰਹੀ, ਕਿਉਂਕਿ ਪਿਛਲੇ ਕਈ ਸਾਲਾਂ ਵਿੱਚ ਸਾਡਾ ਸਟਾਕ ਬਹੁਤ ਵੱਧ ਗਿਆ। CACP ਕਮਿਸ਼ਨ ਫॉर ਐਗਰੀਕਲਚਰ ਕਾਸਟ ਐਂਡ ਪ੍ਰਾਈਸਿਸ ਕਹਿੰਦਾ ਹੈ ਕਿ ਅਸੀਂ ਆਪਣੀ ਪ੍ਰੋਕਿਉਰਮੈਂਟ ਜਿਹੜੀ ਹੈਗੀ ਹੈ, ਜਿਹਨੂੰ ਓਪਨ ਐਂਡਡ ਕਹਿੰਦੇ ਆ, ਜੇ ਪੰਜਾਬ ਵਿੱਚ ਹੈ ਨਾ ਕਿ ਜੋ ਵੀ ਕਿਸਾਨ ਲੈ ਕੇ ਆਂਦਾ ਮੰਡੀ ਵਿੱਚ ਸਰਕਾਰ ਖਰੀਦਦੀ ਹੈਗੀ, ਅਗਰ ਕੋਈ ਹੋਰ ਖਰੀਦਣ ਵਾਲਾ ਨਹੀਂ ਹੈ ਤਾਂ ਉਹਨੂੰ ਹੁਣ ਘਟਾ ਦਿੱਤਾ ਜਾਏ। ਜਦ ਤੁਸੀਂ ਪ੍ਰੋਕਿਉਰਮੈਂਟ ਘਟਾਓਗੇ ਤਾਂ ਐਮਐਸਪੀ ਵੀ ਘਟ ਗਿਆ। ਤੁਸੀਂ ਇਹ ਸਮਝੋ, ਇਹ ਬੜਾ ਇਹ ਸੋਚੀ ਸਮਝੀ ਇੱਕ ਜਿਹੜੀ ਹੈਗੀ ਰਣਨੀਤੀ ਮੈਨੂੰ ਲੱਗ ਰਹੀ ਹੈ। ਔਰ ਮੈਨੂੰ ਲੱਗਦਾ ਹੈ ਕਿ ਦੇਖੋ ਇੱਕ ਸਵਾਲ ਜਿਹੜਾ ਇਸ ਗੱਲਾਂ ਚੋਂ ਨਿਕਲਦਾ ਹੈਗਾ ਪਾਮਿਲ ਜੀ, ਉਹ ਇਹ ਹੈ ਕਿ ਸਾਨੂੰ ਕਰਨਾ ਕੀ ਚਾਹੀਦਾ। ਬਿਲਕੁਲ, ਇਹ ਬੜਾ ਇੰਪੋਰਟੈਂਟ ਸਵਾਲ ਹੈਗਾ। ਮੇਰਾ ਮੰਨਣਾ ਹੈ ਕਿ ਦੁਨੀਆ ਵਿੱਚ ਸਾਨੂੰ ਦੁਨੀਆ ਤੋਂ ਜਿਹੜਾ ਸਿੱਖ ਲੈਣੀ ਚਾਹੀਦੀ ਹੈ, ਜਿਹੜੇ ਅਸੀਂ ਲੈਸਨ ਲੈ ਰਹੇ ਹੈਗੇ, ਬੋਰੋ ਕਰ ਰਹੇ ਹਾਂ, ਉਹਦੀ ਜ਼ਰੂਰਤ ਸਾਨੂੰ ਨਹੀਂ ਹੈਗੀ ਹੈ। ਸਾਡੇ ਦੇਸ਼ ਨੂੰ ਚਾਹੀਦਾ ਕਿ ਆਪਣਾ ਇੱਕ ਐਸਾ ਡਿਵੈਲਪ ਕਰੀਏ ਸਿਸਟਮ ਜਿਹੜਾ ਕਿ ਦੇਸ਼ ਵਾਸਤੇ ਇੱਕ ਲੈਸਨ, ਦੁਨੀਆ ਵਾਸਤੇ ਇੱਕ ਲੈਸਨ ਬਣ ਜਾਏ। ਮੈਂ ਤੁਹਾਨੂੰ ਪਹਿਲੇ ਕਿਹਾ ਸੀਗਾ ਕਿ ਸਾਡੇ ਦੇਸ਼ ਵਿੱਚ 7,000 ਮੰਡੀਆਂ, 42,000 ਮੰਡੀਆਂ ਚਾਹੀਦੀਆਂ ਹੈਗੀਆਂ। ਅਸੀਂ ਮੈਨੂੰ ਦੱਸੋ, ਅੱਜ 500 ਸਕੁਅਰ ਕਿਲੋਮੀਟਰ ਤੇ ਇੱਕ ਮੰਡੀ ਹੈਗੀ ਹੈ, ਸਾਨੂੰ ਘੱਟ ਤੋਂ ਘੱਟ 80 ਸਕੁਅਰ ਕਿਲੋਮੀਟਰ ਤੇ ਇੱਕ ਮੰਡੀ ਚਾਹੀਦੀ ਹੈਗੀ ਹੈ। ਜੇ ਅਸੀਂ ਦੇਸ਼ ਵਿੱਚ 42,000 ਮੰਡੀਆਂ ਦਾ ਜਾਲ ਵਿਛਾ ਦਈਏ, ਔਰ ਜੋ ਪੰਜਾਬ ਨੇ ਕੀਤਾ ਹੈ ਕਿ ਪਿੰਡਾਂ ਦੀ ਸੜਕਾਂ, ਤੁਸੀਂ ਦੇਖਿਆ ਸੜਕਾਂ ਦਾ ਕਿੰਨਾ ਸੋਹਣਾ ਨੈਟਵਰਕ ਹੈਗਾ, ਵਿਲੇਜ ਰੋਡਸ ਦਾ, ਬਿਲਕੁਲ, ਉਹ ਅਸੀਂ ਅਗਰ ਬਾਕੀ ਸਟੇਟਸ ਵਿੱਚ ਲੈ ਆਈਏ, ਸਾਡੇ ਕੋਲ ਇੱਕ ਐਸਾ ਇੱਕ ਮਾਡਲ ਬਣ ਜਾਂਦਾ ਦੁਨੀਆ ਵਾਸਤੇ। ਔਰ ਇੱਕ ਚੀਜ਼ ਹੋਰ ਅਸ਼ੋਰ ਕਰਦੀ ਹੈ ਕਿ ਜਿੰਨੀ ਵੀ ਖਰੀਦ ਫਰੋਖਤ ਹੋਏਗੀ, 24 ਫਸਲਾਂ ਤੇ ਅਸੀਂ MSP ਅਨਾਉਂਸ ਕਰਦੇ ਹੈਗੇ, ਹਾਲਾਂਕਿ MSP ਘੱਟ ਹੈ, ਕਾਸਟ ਆਫ ਪ੍ਰੋਡਕਸ਼ਨ ਤੋਂ ਅਸੀਂ ਜਾਣਦੇ ਹਾਂ, ਲੇਕਿਨ ਇੱਕ ਅਸ਼ੋਰਡ ਪ੍ਰਾਈਸ ਹੈ, ਕਿਸਾਨ ਨੂੰ ਪਤਾ ਹੈ ਕਿ ਮੈਨੂੰ ਕੀਮਤ ਮਿਲੇਗੀ। ਬਿਲਕੁਲ। ਠੀਕ ਹੈ, ਹੁਣ ਦੇਖੋ ਨਾ, ਜੇ ਅਸੀਂ ਇਹ ਕਰ ਦਈਏ, ਚਾਹੇ ਇਲੈਕਟ੍ਰੋਨਿਕ ਮਾਰਕੀਟ ਹੈ, ਈ-ਨੈਮ ਮਾਰਕੀਟ ਹੈ, ਜਾਂ ਜੋ ਵੀ ਤੁਸੀਂ ਮੰਡੀਆਂ ਲੈ ਕੇ ਆ ਰਹੇ ਹੋ, ਉਹਦੇ ਵਿੱਚ ਅਸੀਂ ਇਹ ਕਰ ਦਈਏ ਕਿ ਜਿਹੜੀ ਟ੍ਰੇਡਿੰਗ ਹੋਏਗੀ ਉਹ MSP ਤੇ ਹੀ ਹੋਏਗੀ, ਉਹਦੇ ਥੱਲੇ ਨਹੀਂ ਹੋਏਗੀ। ਤੁਸੀਂ ਦੇਖੋ, ਜੇ ਸਾਡਾ ਪੰਜਾਬ ਦਾ ਕਿਸਾਨ ਜੀ, ਜੋ ਮੈਂ ਤੁਹਾਨੂੰ ਪਹਿਲੇ ਕਿਹਾ ਕਿ ਉਹਦਾ ਇਨਕਮ ਲੈਵਲ ਸਾਰੇ ਦੇਸ਼ ਦੇ ਕਿਸਾਨਾਂ ਤੋਂ ਉੱਪਰ ਹੈ। ਔਰ ਇਹ ਸਮਝਣ ਦਾ ਇੱਕ ਹੋਰ ਵੀ ਤਰੀਕਾ ਹੋਰ ਵੀ ਹੈ ਜੀ। ਇਕਨੋਮਿਕ ਸਰਵੇ 2016 ਨੇ ਕਿਹਾ ਸੀਗਾ ਕਿ ਦੇਸ਼ ਦੇ 17 ਰਾਜ ਵਿੱਚ, ਯਾਨੀ ਅੱਧੇ ਦੇਸ਼ ਵਿੱਚ, ਕਿਸਾਨ ਪਰਿਵਾਰ ਦੀ ਔਸਤਨ ਇਨਕਮ ਸਾਲ ਦੀ 20,000 ਰੁਪਏ, ਯਾਨੀ 1700 ਰੁਪਏ ਤੋਂ ਘੱਟ ਮਹੀਨੇ ਦਾ ਉਹ ਗੁਜ਼ਾਰਾ ਕਰਦਾ ਹੈ। ਤੁਸੀਂ ਇੱਕ ਗਾਂ ਰੱਖਣੀ ਹੋਏ ਨਾ ਪਾਮਿਲ ਜੀ, ਤੁਸੀਂ 1700 ਰੁਪਏ 'ਚ ਨਹੀਂ ਪਾਲ ਸਕਦੇ। ਤੁਸੀਂ ਇਮੇਜਿਨ ਕਰੋ ਕਿ ਅੱਧੇ ਦੇਸ਼ ਵਿੱਚ ਕਿਸਾਨ 1700 ਰੁਪਏ 'ਚ ਕਿਸ ਤਰ੍ਹਾਂ ਗੁਜ਼ਾਰਾ ਕਰਦੇ ਹਨ। ਕਿਆ ਨਹੀਂ ਚਾਹੀਦਾ ਕਿ ਉਸ ਅੱਧੇ ਦੇਸ਼ ਵਿੱਚ ਵੀ ਜਾਂ ਬਾਕੀ ਪ੍ਰਦੇਸ਼ਾਂ ਵਿੱਚ ਵੀ ਅਸੀਂ ਇੱਕ MSP ਦੇਈਏ ਔਰ ਸ਼ੋਰ ਕਰੀਏ ਔਰ ਇੱਕ APMC ਦਾ ਜਾਲ ਵਿਛਾਈਏ। ਉਹ ਜਦ ਵਿਛਾਏਗਾ, ਕਿਸਾਨ ਨੂੰ ਜਿਸ ਦਿਨ MSP ਮਿਲਣਾ ਸ਼ੁਰੂ ਹੋ ਜਾਏਗਾ, ਤੁਸੀਂ ਦੇਖੋਗੇ ਜੋ ਪ੍ਰਧਾਨ ਮੰਤਰੀ ਸਾਡੇ ਨੇ, ਪ੍ਰਧਾਨ ਮੰਤਰੀ ਸਾਹਿਬ ਨੇ ਸਾਡੇ ਹੁਣ ਕਿਹਾ ਨਾ, ਹੁਣ ਹਾਲ ਵਿੱਚ ਕਿ ਦੇਸ਼ ਨੂੰ ਇੱਕ ਲੈਸਨ ਮਿਲਿਆ ਹੈਗਾ ਕਰੋਨਾ ਵਾਇਰਸ ਤੋਂ, ਉਹ ਮਿਲਿਆ ਹੈਗਾ ਕਿ ਆਤਮ ਨਿਰਭਰਤਾ ਦਾ। ਮੈਂ ਦੱਸਦਾ ਕਿ ਆਤਮ ਨਿਰਭਰ ਭਾਰਤ ਵਾਸਤੇ ਇਹ ਤੋਂ ਬੜਾ ਕੋਈ ਸਿੰਬਲ ਜਾਂ ਉਹਦਾ ਫਾਰਮੂਲਾ ਕੋਈ ਨਹੀਂ ਹੈ। ਅੱਜ ਅਸੀਂ ਅਗਰ ਗਾਉਂ ਨੂੰ, ਪਿੰਡਾਂ ਨੂੰ ਕਿ ਅਗਰ ਆਤਮ ਨਿਰਭਰ ਕਰ ਦਈਏ ਤਾਂ ਦੇਸ਼ ਆਟੋਮੈਟਿਕਲੀ ਆਤਮ ਨਿਰਭਰ ਹੋ ਜਾਂਦਾ ਹੈ। ਸਾਨੂੰ ਕਰਨਾ ਇਹ ਚਾਹੀਦਾ ਕਿ ਅਸੀਂ ਸਾਰੇ ਦੇਸ਼ ਵਿੱਚ ਮੰਡੀਆਂ ਦਾ ਜਾਲ ਵਿਛਾ ਕੇ ਕਿਸਾਨਾਂ ਨੂੰ, ਅਗਰ ਅਸੀਂ MSP ਤੇ ਖਰੀਦ ਫਰੋਖਤ ਦੀ ਪੂਰੀ ਉੱਥੇ ਸ਼ੁਰੂ ਕਰ ਦਈਏ, ਉਹ ਥੱਲੇ ਨਹੀਂ ਹੋਏਗੀ, ਇਹ ਓਬਲੀਗੇਟਰੀ ਕਰ ਦਈਏ। ਮੇਰਾ ਦਾਵਾ ਹੈ ਜੀ ਕਿ ਪ੍ਰਧਾਨ ਮੰਤਰੀ ਦਾ ਜਿਹੜਾ ਡ੍ਰੀਮ ਹੈ ਜਾਂ ਵਿਜ਼ਨ ਹੈ, ਉਹ ਅਸੀਂ 5 ਸਾਲ ਨਹੀਂ, ਅਸੀਂ 3 ਸਾਲ ਵਿੱਚ ਹੀ ਅਚੀਵ ਕਰ ਲਵਾਂਗੇ। 3 ਸਾਲ 'ਚ ਕਰ ਮੈਨੂੰ ਲੱਗਦਾ ਕਿ ਸਾਰੀ ਕੋਸ਼ਿਸ਼ ਦੇਸ਼ ਦੀ ਹੋਣੀ ਚਾਹੀਦੀ ਹੈ ਕਿ ਆਤਮ ਨਿਰਭਰ ਜਿਹੜਾ ਭਾਰਤ ਦਾ ਸਲੋਗਨ ਹੈ, ਇਹਨੂੰ ਅਸੀਂ ਹੋਰ ਮਜ਼ਬੂਤ ਬਣਾਈਏ, ਸੁਦ੍ਰਿੜ ਬਣਾਈਏ। ਠੀਕ ਹੈ ਦਵਿੰਦਰ ਜੀ, ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੇ ਲਈ, ਕਿਉਂਕਿ ਕਈ ਸਾਰੀਆਂ ਕਿਸਾਨ ਜਥੇਬੰਦੀਆਂ ਵੀ ਵਿਰੋਧ ਕਰ ਰਹੀਆਂ ਸੀਗੀਆਂ। ਆਰਡੀਨੈਂਸ ਦੀ ਚਰਚਾ ਹੋ ਰਹੀ ਹੈ ਪੋਲੀਟੀਕਲ ਹਲਕਿਆਂ ਦੇ ਵਿੱਚ ਵੀ, ਪਰ ਜ਼ਿਆਦਾਤਰ ਲੋਕ ਜਾਣਦੇ ਨਹੀਂ ਕਿ ਆਰਡੀਨੈਂਸ ਦੇ ਵਿੱਚ ਹੈ ਕੀ ਔਰ ਗਾਂ ਹੋ ਕੀ ਸਕਦਾ ਹੈਗਾ, ਕਿੱਥੋਂ ਇਹ ਮਾਡਲ ਅਡਾਪਟ ਕੀਤਾ ਗਿਆ ਔਰ ਦੇਸ਼ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਲਾਗੂ ਹੋਏਗਾ। ਆਸ ਕਰਦੇ ਹਾਂ ਕਿ ਦਵਿੰਦਰ ਸ਼ਰਮਾ ਹੁਣਾਂ ਦੀਆਂ ਇਹਨਾਂ ਗੱਲਾਂ ਬਾਤਾਂ ਤੋਂ ਬਹੁਤ ਸਾਰੇ ਲੋਕਾਂ ਨੇ ਇਸ ਆਰਡੀਨੈਂਸ ਨੂੰ ਕੁਝ ਸਮਝਿਆ ਹੋਏਗਾ ਕਿ ਆਖਿਰ ਇੱਕ ਦੇਸ਼ ਇੱਕ ਮੰਡੀ ਦਾ ਮਤਲਬ ਕੀ ਹੈਗਾ। ਪਰ ਜੋ ਦਵਿੰਦਰ ਸ਼ਰਮਾ ਹੁਣੀ ਕਹਿ ਰਹੇ ਨੇ ਕਿ ਜਿੱਥੋਂ ਅਮਰੀਕਾ, ਯੂਰਪ ਤੋਂ ਇਹ ਮਾਡਲ ਅਡਾਪਟ ਕੀਤਾ ਗਿਆ, ਉੱਥੇ ਇਹ ਮਾਡਲ ਕਈ ਦਹਾਕਿਆਂ ਪਹਿਲਾਂ ਫੇਲ ਹੋ ਚੁੱਕਿਆ ਸੀ, ਜਿਸ ਨੂੰ ਹੁਣ ਚੁੱਕ ਕੇ ਭਾਰਤ ਵਿੱਚ ਲਿਆਂਦਾ ਗਿਆ ਹੈਗਾ। ਦਵਿੰਦਰ ਸ਼ਰਮਾ ਦਾ ਮੰਨਣਾ ਹੈਗਾ ਕਿ ਇਹ ਮਾਡਲ ਜੋ ਹੈ ਇਹ ਕਾਰਪੋਰੇਟਸ ਦਾ ਹੀ ਸਿਰਫ ਫਾਇਦਾ ਕਰ ਸਕਦਾ ਹੈ, ਕਿਸਾਨਾਂ ਦੇ ਲਈ ਕੋਈ ਬਹੁਤਾ ਲਾਹੇਵੰਦ
ਨਹੀਂ ਰਹਿ ਸਕਦਾ। ਬਹੁਤ ਬਹੁਤ ਸ਼ੁਕਰੀਆ ਦਵਿੰਦਰ ਜੀ, ਸਾਡੇ ਨਾਲ ਗੱਲਬਾਤ ਕਰਨ ਦੇ ਲਈ, ਸਾਨੂੰ ਸਮਾਂ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ। ਥੈਂਕ ਯੂ।